ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਅੱਜ ਬੱਚੇ ਤੁਹਾਨੂੰ ਸਭ ਨੂੰ ਪਤਾ ਕਿ 8 ਮਈ ਆ ਔਰ ਅੱਜ ਹੈਪੀ ਮਦਰਸ ਡੇ ਯਾਨੀ ਕਿ ਮਦਰਸ ਡੇ ਦਾ ਡੇ ਆ। ਔਰ ਇਹ ਹਰ ਸਾਲ ਸੈਕੰਡ ਸੰਡੇ ਨੂੰ ਮਈ ਦੇ ਮਹੀਨੇ ਦੇ ਵਿੱਚ ਸ਼ੁਰੂ ਕੀਤਾ ਜਾਂਦਾ ਔਰ ਇਹ ਸਟਾਰਟ ਹੋਇਆ ਸੀ USA ਦੇ ਵਿੱਚੋਂ। ਬਸ ਇੰਨਾ ਕੁ ਫੈਕਟ ਧਿਆਨ 'ਚ ਰੱਖਿਓ। ਬਾਕੀ ਬੱਚੇ ਇਹ ਨਹੀਂ ਹੁੰਦਾ ਵੀ ਆਪਾਂ ਹਰ ਡੇ ਨੂੰ ਐਗਜ਼ਾਮ ਓਰੀਐਂਟਡ ਯਾਦ ਕਰਨਾ ਹੁੰਦਾ ਜਾਂ ਫਿਰ ਉਹਦੇ ਰਿਗਾਰਡਿੰਗ ਹੀ ਦੇਖਣਾ ਹੁੰਦਾ, ਬਟ ਕਈ ਡੇਜ਼ ਇਹੋ ਜਿਹੇ ਹੁੰਦੇ ਆ ਜਿਹਨੂੰ ਆਪਾਂ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਵੀ ਕਰਨਾ ਹੁੰਦਾ। ਜਿਵੇਂ ਕਿ ਆਪਣੇ ਪੇਰੈਂਟਸ ਤੋਂ ਬਿਨਾਂ ਆਪਣੇ ਲਈ ਕੋਈ ਪਰਮਾਤਮਾ, ਕੋਈ ਗੋਡ ਮਿੱਤਰ ਦੋਸਤ ਨਹੀਂ ਹੁੰਦਾ। ਪੇਰੈਂਟਸ ਸਭ ਤੋਂ ਵੱਡੀ ਆਪਣੇ ਲਈ ਪਰਮਾਤਮਾ ਦੀ ਦੇਣ, ਜਿਨ੍ਹਾਂ ਨੇ ਆਪਾਂ ਨੂੰ ਜਗਤ ਦਿਖਾਇਆ ਹੁੰਦਾ, ਆਪਾਂ ਨੂੰ ਪਾਲ ਪੋਸ ਕੇ ਇੱਥੇ ਤੱਕ ਕੀਤਾ ਕਿ ਆਪਾਂ ਕਿਸੇ ਡੇ ਨੂੰ ਦੇਖਣ ਦੇ ਲਈ, ਉਹਦੇ ਫੈਕਟ ਪੜ੍ਹਨ ਦੇ ਲਈ ਇੱਥੇ ਬੈਠੇ ਹਾਂ। ਈਵਨ ਮੈਂ ਚਾਹੇ ਤੁਸੀਂ ਹੋ ਤਾਂ ਉਹ ਵੀ ਆਪਾਂ ਨੂੰ ਜਗਤ ਦਿਖਾਉਣ ਵਾਲੇ ਆਪਣੇ ਮਾਤਾ ਪਿਤਾ, ਤਾਂ ਉਹਨਾਂ ਦਾ ਰਿਸਪੈਕਟ ਸਭ ਤੋਂ ਪਹਿਲਾਂ ਤੁਸੀਂ ਕਰਨੀ ਆ। ਤਾਂ ਬੱਚੇ ਥੰਬਨੇਲ ਦੇਖੋ, ਤੁਸੀਂ ਸਭ ਨੇ ਦੇਖਿਆ ਕਿ ਆਪਾਂ ਹਾਈ ਲੈਵਲ ਦੇ MCQ ਕਰਾਂਗੇ ਪੋਲਿਟੀ ਦੇ, ਜਿਹੜੇ ਕਿ ਬਾਰ-ਬਾਰ ਐਗਜ਼ਾਮਸ ਦੇ ਵਿੱਚ ਆਏ ਹੋਏ ਆ। ਤਾਂ ਇਹਦੇ ਵਿੱਚ ਬੱਚੇ ਤੁਹਾਨੂੰ ਇਹ ਫੀਲ ਨਹੀਂ ਹੋਣਾ ਕਿ ਤੁਸੀਂ MCQ ਕਰ ਰਹੇ ਹੋ ਜਾਂ ਤੁਸੀਂ ਉਹ ਬਿਲਕੁਲ ਟੌਪਿਕ ਨੂੰ A to Z ਕਵਰ ਕਰ ਚੁੱਕੇ ਹੋ। ਤਾਂ ਆਪਾਂ ਇਹੋ ਜਿਹੇ ਤਰੀਕੇ ਦੇ ਨਾਲ ਸੈਸ਼ਨ ਨੂੰ ਰੱਖਣਾ ਤਾਂ ਜੋ ਤੁਹਾਡੀ ਇੱਕ ਬਿਹਤਰੀਨ ਤਿਆਰੀ ਪੂਰੇ MCQ ਦੇ ਨਾਲ ਤੁਹਾਡਾ ਟੌਪਿਕ ਆ ਜਿਹੜਾ ਪ੍ਰਪੇਅਰ ਹੋ ਜੇ, ਜਿੰਨੇ ਫੈਕਟ ਉਹਦੇ ਵਿੱਚੋਂ ਆਉਣ ਵਾਲੇ ਆ। ਜਿਹੜੇ ਬੱਚੇ ਨਵੇਂ ਨੇ ਉਹ ਵੀ ਬੱਚੇ ਬਿਲਕੁਲ ਫਿਕਰ ਨਾ ਕਰਿਓ ਕਿ ਸਾਡਾ ਟੌਪਿਕ ਕਿਵੇਂ ਕਵਰ ਹੋਊਗਾ, ਬਿਲਕੁਲ ਆਪਾਂ ਪ੍ਰੋਪਰ ਤਰੀਕੇ ਨਾਲ ਕਵਰ ਕਰਵਾਵਾਂਗੇ। ਜਿਹੜੇ ਨਿਊ ਨੇ ਚੈਨਲ 'ਤੇ ਉਹ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ। ਅਤੇ ਨਾਲ ਜਿਨ੍ਹਾਂ ਨੇ ਟੈਲੀਗ੍ਰਾਮ ਨਹੀਂ ਜੁਆਇਨ ਕਰਿਆ, ਡਿਸਕ੍ਰਿਪਸ਼ਨ 'ਚ ਲਿੰਕ ਆ ਬੱਚੇ, ਤੁਸੀਂ ਉੱਥੋਂ ਵੀ ਜੁਆਇਨ ਕਰ ਸਕਦੇ ਹੋ। ਦੇਖੋ ਹੁਣ ਆਪਾਂ ਪਹਿਲਾ ਕੁਐਸਚਨ ਸਟਾਰਟ ਕਰਨ ਲੱਗੇ ਹਾਂ ਬੱਚੇ। ਅਤੇ ਕੱਲ੍ਹ ਵੀਡੀਓ ਬੱਚੇ ਆਪਾਂ ਤੋਂ ਪਾ ਨਹੀਂ ਹੋਈ ਕਿਉਂਕਿ ਹੈਲਥ ਇਸ਼ੂ ਕਰਕੇ ਵੀਡੀਓ ਨੇ ਜਿਹੜੀਆਂ ਉਹ ਰੈਗੂਲਰ ਨਹੀਂ ਪੈ ਰਹੀਆਂ। ਅੱਜ ਆਪਾਂ ਕੋਸ਼ਿਸ਼ ਕਰਾਂਗੇ 2 ਤੋਂ 3 ਵੀਡੀਓਜ਼ ਤਾਂ ਆਪਾਂ ਤੁਹਾਡੇ ਲਈ ਪੋਸਟ ਕਰ ਹੀ ਦਈਏ। ਦੇਖੋ ਆਪਾਂ ਹੁਣ ਕੁਐਸਚਨ ਸਟਾਰਟ ਕਰਦੇ ਹਾਂ। ਪਹਿਲਾ, ਦ ਫੈਡਰਲ ਕੋਰਟ ਆਫ ਇੰਡੀਆ ਵਾਜ਼ ਇਸਟੈਬਲਿਸ਼ਡ ਇਨ ਵਿਚ ਆਫ ਦ ਫੋਲੋਇੰਗ ਈਅਰ। ਬੱਚੇ ਦੇਖੋ ਇਹ ਕੁਐਸਚਨ ਆ ਜਿਹੜਾ ਬਹੁਤ ਇੰਪੋਰਟੈਂਟ ਕੁਐਸਚਨ ਆ। ਇੱਥੇ ਸ਼ਬਦ ਆਇਆ ਫੈਡਰਲ ਕੋਰਟ, ਅਤੇ ਇਸਟੈਬਲਿਸ਼ ਤਾਂ ਚਲੋ ਠੀਕ ਆ ਵੀ ਹੁਣ ਇਹਨਾਂ ਨੇ ਫੈਡਰਲ ਕੋਰਟ ਪੁੱਛ ਲਿਆ। ਇਹਦੀ ਜਗ੍ਹਾ 'ਤੇ ਕਈ ਕੁਐਸਚਨ ਇਹੋ ਜਿਹੇ ਹੁੰਦੇ ਜਿੱਥੇ ਪੁੱਛ ਲੈਂਦੇ ਵੀ ਫਸਟ ਸੁਪਰੀਮ ਕੋਰਟ ਕਿੱਥੇ ਕੀਤਾ ਗਿਆ, ਬਟ ਇੱਥੇ ਕੀ ਟਰਮ ਆ ਫੈਡਰਲ ਕੋਰਟ। ਇੱਥੇ ਬੱਚਾ ਕਨਫਿਊਜ਼ ਹੋ ਜਾਂਦਾ। ਕਿਉਂਕਿ ਇੱਕ ਤਾਂ ਆ ਗਿਆ ਫੈਡਰਲ ਕੋਰਟ ਜਾਂ ਫਿਰ ਸੁਪਰੀਮ ਕੋਰਟ। ਬੱਚਾ ਕਈ ਵਾਰ ਇਹਨਾਂ ਨੂੰ ਇੱਕੋ ਹੀ ਸਮਝ ਕੇ ਕਨਫਿਊਜ਼ ਕਰ ਲੈਂਦਾ ਕਿ ਦੋਨਾਂ ਦੀ ਫਾਰਮੇਸ਼ਨ ਆ ਜਿਹੜੀ ਇੱਕ ਟਾਈਮ ਦੇ ਉੱਤੇ ਇਸਟੈਬਲਿਸ਼ਮੈਂਟ ਹੋਈ ਆ। ਤਾਂ ਬੱਚੇ ਦੇਖੋ, ਜੇ ਤਾਂ ਤੁਹਾਨੂੰ ਆ ਗਿਆ ਫੈਡਰਲ ਕੋਰਟ, ਤਾਂ ਫੈਡਰਲ ਕੋਰਟ ਦੇ ਵਿੱਚ ਤੁਸੀਂ ਲਾਉਣਾ, ਇਹਨਾਂ ਨੇ ਕਿਹੜੇ ਸਾਲ ਦੇ ਵਿੱਚ ਪੁੱਛਿਆ, ਤੁਸੀਂ ਲਾਓਗੇ 1937। ਸੋ ਪਹਿਲੇ ਦਾ ਆਪਸ਼ਨ ਕੀ ਲਾਓਗੇ ਤੁਸੀਂ, B ਆਨਸਰ ਬਿਲਕੁਲ ਇਹਦਾ ਕਰੈਕਟ ਆਨਸਰ ਆ। ਜੇ ਤੁਹਾਨੂੰ ਪੁੱਛੇ ਵੀ ਇਹ ਕਿਹੜੇ ਐਕਟ ਦੇ ਨਾਲ ਬਣਿਆ, ਇਹ ਬਣਿਆ ਸੀ ਗਵਰਨਮੈਂਟ ਆਫ ਇੰਡੀਆ ਐਕਟ 1935। ਇਹ ਤਾਂ ਬਣਿਆ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਨਾਲ। ਠੀਕ ਆ, ਤਾਂ ਆਹ ਬੱਚੇ ਸੀ। ਜੇ ਤੁਹਾਨੂੰ ਪੁੱਛਿਆ ਜਾਵੇ ਵੀ ਜਿਹੜਾ ਫਸਟ ਸੁਪਰੀਮ ਕੋਰਟ ਬਣਿਆ, ਠੀਕ ਆ, ਤਾਂ ਫਸਟ ਸੁਪਰੀਮ ਕੋਰਟ ਜਿਹੜਾ ਆਪਣਾ ਆਇਆ ਸੀਗਾ 1773 ਦਾ ਐਕਟ। ਠੀਕ ਆ, 1773 ਦਾ ਐਕਟ ਆਇਆ ਸੀਗਾ, ਪਹਿਲਾ ਚਾਰਟਰ ਐਕਟ। ਤਾਂ ਉਹਦੇ ਨਾਲ ਇਦੋਂ ਅਗਲੇ ਸਾਲ 1774 ਦੇ ਵਿੱਚ ਇਹ ਵਾਲੀ ਕੋਰਟ ਬਣੀ ਸੀ ਕਲਕੱਤੇ। ਠੀਕ ਆ, ਆਹ ਵਾਲੀ ਬਣੀ ਸੀ ਦਿੱਲੀ ਫੈਡਰਲ। ਤਾਂ ਬੱਚੇ ਠੀਕ ਆ, ਇਹ ਕਲਕੱਤੇ ਬਣੀ ਸੀ। ਅਤੇ ਉਦੋਂ ਇਹਦੇ 'ਚ ਜਿਹੜੇ ਫਸਟ ਚੀਫ ਜੱਜ ਬਣੇ ਸੀਗੇ ਉਹ ਸੀਗੇ ਸਰ ਐਲਿਸ ਇੰਪੇ। ਤਾਂ ਬੱਚੇ ਆਹ ਤੁਸੀਂ ਫੈਕਟ ਧਿਆਨ 'ਚ ਰੱਖਣਾ ਕਿ ਫੈਡਰਲ ਕੋਰਟ ਆ ਜੇ, ਸੁਪਰੀਮ ਕੋਰਟ ਆ ਜੇ, ਤੁਸੀਂ ਕਨਫਿਊਜ਼ ਨਹੀਂ ਹੋਣਾ। ਸੁਪਰੀਮ ਕੋਰਟ ਜਦੋਂ ਇਹਨਾਂ ਦਾ ਪਹਿਲਾ ਚਾਰਟਰ ਐਕਟ ਆਇਆ ਸੀ, ਫਿਰ ਇਹਨਾਂ ਨੇ ਕਿਹਾ ਸੀ ਕਿ ਅਸੀਂ 20 ਸਾਲ ਬਾਅਦ ਮਤਲਬ ਕਿ ਚਾਰਟਰ ਐਕਟ ਜਿਹੜੇ ਭੇਜਾਂਗੇ। 4 ਚਾਰਟਰ ਐਕਟ ਆਏ ਨੇ ਔਰ ਉਹਦੇ ਵਿੱਚੋਂ ਵੀ ਆਪਾਂ ਦੇਖਿਆ ਕਿ ਫੈਡਰਲ ਕੋਰਟ ਆਪਣੀ 1935 ਦੇ ਐਕਟ ਨਾਲ 1937 ਦੇ ਵਿੱਚ ਜਾਣੀ ਕਿ 1 ਅਕਤੂਬਰ 1937 ਨੂੰ ਬਣਦੀ ਆ। ਠੀਕ ਆ, ਤਾਂ ਇਹਦੇ ਨਾਲ ਜੁੜੇ ਆਪਾਂ ਕੁਛ ਫੈਕਟ ਹੋਰ ਦੇਖ ਲੈਂਦੇ। ਹੁਣ ਜੁਡੀਸ਼ਰੀ ਨੂੰ ਜੇ ਆਪਾਂ ਛੇੜਿਆ ਤਾਂ ਥੋੜ੍ਹਾ ਜਿਹਾ ਇਹਨੂੰ ਕਵਰ ਤਾਂ ਕਰ ਹੀ ਲਈਏ। ਦੇਖੋ ਬੱਚੇ, ਜਿਹੜੀ ਆਪਣੀ ਫੈਡਰਲ ਕੋਰਟ ਬਣੀ ਆ, ਇਹ ਆਪਣੀ ਬਣੀ ਆ 1 ਅਕਤੂਬਰ 1937 ਨੂੰ। ਕਿਹੜੇ ਐਕਟ ਨਾਲ, ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਥਰੂ। ਔਰ ਇਹ ਕਿੱਥੇ ਬਣੀ ਸੀ, ਇਹ ਬਣੀ ਸੀ ਦਿੱਲੀ। ਠੀਕ ਆ, ਔਰ ਇਹਦੇ 'ਚ ਜਿਹੜੇ ਫਸਟ ਚੀਫ ਜੱਜ ਬਣੇ ਸੀਗੇ, ਵੈਸੇ ਗਿਣਤੀ ਇਹਨਾਂ ਦੇ ਵਿੱਚ 1+7 ਯਾਨੀ ਕਿ 8 ਜੱਜ ਸੀਗੇ। ਤਾਂ ਜਿਹੜੀ ਇਹਦੇ 'ਚ ਬਣੇ ਸੀ ਉਹ ਵਾਲੇ ਬਣੇ ਸੀ ਸਰ ਮੋਰਾਈਸ ਗਾਇਰ। ਠੀਕ ਆ, ਤਾਂ ਬੱਚੇ ਇਹ ਵਾਲੇ ਜਿਹੜੇ ਬਣੇ ਸੀ ਇਹ ਫਸਟ ਟਾਈਮ ਇਹਦੇ 'ਚ ਚੀਫ ਜੱਜ ਬਣੇ ਸੀਗੇ। ਔਰ ਜੇ ਆਪਾਂ ਹੁਣ ਗੱਲ ਕਰੀਏ ਵੀ ਸੁਪਰੀਮ ਕੋਰਟ ਆਫ ਇੰਡੀਆ, ਇਹ ਆਪਾਂ ਰੱਖਿਆ ਸੀ 28 ਜਨਵਰੀ 1950 ਨੂੰ, ਜਦ ਕਿ 26 ਜਨਵਰੀ ਨੂੰ ਆਪਣਾ ਸੰਵਿਧਾਨ ਇੰਪਲੀਮੈਂਟ ਹੋ ਚੁੱਕਿਆ ਸੀ। ਤਾਂ ਇਦੋਂ 2 ਦਿਨ ਦੇ ਬਾਅਦ ਹੀ ਅਸੀਂ 28 ਜਨਵਰੀ 1950 ਨੂੰ ਸੁਪਰੀਮ ਕੋਰਟ ਆਫ ਇੰਡੀਆ ਕਰਤਾ ਸੀ ਕਿ ਇਹ ਭਾਰਤ ਦੇ ਵਿੱਚ ਸਭ ਕੋਰਟਾਂ ਦੀ ਕੋਰਟ ਹੋਏਗੀ। ਠੀਕ ਆ, ਤਾਂ ਆਹ ਬੱਚੇ ਫੈਕਟ ਸੀਗੇ ਜਿਹੜੇ ਆਪਾਂ ਹਿਸਟਰੀ ਨੂੰ ਲੈ ਕੇ, ਜਾਣੀ ਕਿ ਕੌਂਸਟੀਟਿਊਸ਼ਨਲ ਡਿਵੈਲਪਮੈਂਟ ਲਾ ਲਓ ਤੁਸੀਂ, ਚਾਹੇ ਤਾਂ ਆਪਣਾ ਸੁਪਰੀਮ ਕੋਰਟ ਦਾ ਬੈਕਗਰਾਊਂਡ ਲਾ ਲਓ ਤੁਸੀਂ, ਉਹ ਦੋਨਾਂ ਦੇ ਪੁਆਇੰਟ ਆਫ ਵਿਊ ਤੋਂ ਇਹ ਟੌਪਿਕ ਨੂੰ ਆਪਾਂ ਕਵਰ ਕਰ ਰਹੇ ਹਾਂ। ਹੁਣ ਦੇਖੋ ਬੱਚੇ, ਜਿਹੜੀ ਸੁਪਰੀਮ ਕੋਰਟ ਅਤੇ ਹਾਈ ਕੋਰਟ ਆ ਉਹਨਾਂ ਦੇ ਨਾਲ ਇੱਕ ਆਰਟੀਕਲ ਆ ਜਿਹੜਾ ਡੀਲ ਕਰਦਾ 348 ਦਾ
सब क्लॉज 1 ਜਾਂ ਫਿਰ क्लॉज 1 ठीक है। ਤਾਂ ਇਹਦੇ 'ਚ ਹੁੰਦੀ ਆ ਵੀ ਜਿਹੜੀਆਂ ਕੋਰਟਸ ਨੇ ਸੁਪਰੀਮ ਕੋਰਟ ਤੇ ਹਾਈ ਕੋਰਟ ਉਹਨਾਂ ਦੇ ਵਿੱਚ ਜਿਹੜੀ ਭਾਸ਼ਾ ਗਈ ਉਹ ਕਿਹੜੀ ਯੂਜ਼ ਹੋਊਗੀ। ਜਿਵੇਂ ਕਿ ਤੁਹਾਨੂੰ ਪਤਾ ਵੀ ਕੋਰਟ ਦੀਆਂ ਜ਼ਿਆਦਾਤਰ ਪ੍ਰੋਸੀਡਿੰਗਸ ਹੁੰਦੀਆਂ ਨੇ ਜਿਹੜੀਆਂ ਉਹ ਇੰਗਲਿਸ਼ ਦੇ ਵਿੱਚ ਕੀਤੀਆਂ ਜਾਂਦੀਆਂ ਨੇ। ਕਿਉਂ ਕੀਤੀਆਂ ਜਾਂਦੀਆਂ ਨੇ? ਕਿਉਂਕਿ ਹਾਈ ਕੋਰਟ ਦੇ ਜੱਜ ਨੂੰ ਕੇਰਲਾ ਨੂੰ ਪੰਜਾਬ ਦੇ ਵਿੱਚ, ਪੰਜਾਬ ਤੋਂ ਕੇਰਲਾ, ਤਾਮਿਲਨਾਡੂ ਕਿਤੇ ਵੀ ਟਰਾਂਸਫਰ ਕੀਤਾ ਜਾ ਸਕਦਾ। ਸੋ ਜੇ ਉਹ ਆਪਦੀ ਲੋਕਲ ਭਾਸ਼ਾ ਹੀ ਜਾਣਦੇ ਹੋਣਗੇ ਦੈਨ ਫਿਰ ਉਹਨਾਂ ਤੋਂ ਉੱਥੇ ਜਾ ਕੇ ਜਿਹੜਾ ਵਰਕ ਆ ਉਹ ਨਹੀਂ ਪ੍ਰੋਪਰ ਮੇਨਟੇਨ ਨਹੀਂ ਹੋਏਗਾ। ਸੋ ਦੈਟ ਇਜ਼ ਵਾਈ ਉਹਨਾਂ ਦੀ ਭਾਸ਼ਾ ਹੁੰਦੀ ਆ ਜਿਹੜੀ ਉਹ ਜ਼ਿਆਦਾਤਰ ਇੰਗਲਿਸ਼ ਪ੍ਰੈਫਰ ਕੀਤੀ ਜਾਂਦੀ ਆ, ਕਿਉਂਕਿ ਉਹ ਸਭੀ ਕੋਰਟਸ ਦੇ ਵਿੱਚ ਮਾਨਿਆ ਹੁੰਦੀ ਆ। ਤਾਂ ਕਰਕੇ ਇਹਦੇ ਲਈ 348 ਦਾ ਜਿਹੜਾ ਸਬ ਕਲੌਜ਼ 1 ਆ ਉਹ ਇਹਦੇ ਲਈ ਡੀਲ ਕਰਦਾ ਲੈਂਗੁਏਜ ਆਫ ਕੋਰਟਸ, ਸੁਪਰੀਮ ਕੋਰਟ ਐਂਡ ਹਾਈ ਕੋਰਟ। ਬਾਕੀ ਜੇ ਆਪਾਂ ਗੱਲ ਕਰੀਏ ਵੀ ਸਭ ਤੋਂ ਜਿਹੜਾ ਵੱਡੀ ਹਾਈ ਕੋਰਟ ਕਿਹੜੀ ਆ, ਜਿੱਥੇ ਮਤਲਬ ਕਿ ਸਭ ਤੋਂ ਜ਼ਿਆਦਾ ਜੱਜ ਨੇ, 160 ਜੱਜ ਨੇ, ਇਹ ਹੈਗੀ ਆ ਇਲਾਹਾਬਾਦ ਦੀ ਕੋਰਟ। ਇਲਾਹਾਬਾਦ ਕੋਰਟ ਦੇ ਵਿੱਚ 160 ਜੱਜ ਨੇ। ਹੁਣ ਜੇ ਆਪਾਂ ਗੱਲ ਕਰੀਏ ਥੋੜ੍ਹਾ ਜਿਹਾ ਆਪਾਂ ਨਾਲ ਇਹਨੂੰ ਕਰੰਟ ਦੇ ਵੀ ਜੋੜ ਦਿੰਦੇ ਹਾਂ। ਕਰੰਟ ਦੇ ਵਿੱਚ ਬੱਚੇ ਹੁਣ ਮੈਂ ਤੁਹਾਨੂੰ ਵੈਸੇ ਕਰਵਾ ਵੀ ਚੁੱਕਿਆ ਆਲਰੇਡੀ, ਬਟ ਹੁਣ ਮੈਂ ਤੁਹਾਨੂੰ ਕੁਛ ਫੈਕਟ ਦੱਸਦਾ। 12% ਆਪਣੇ ਫੀਮੇਲ ਨੇ ਜੱਜਸ ਦੇ ਮੁਕਾਬਲੇ, ਬਾਕੀ ਜ਼ਿਆਦਾ ਮੇਲ ਨੇ, ਠੀਕ ਆ। ਤਾਂ ਇਹਦੇ 'ਚੋਂ ਜੇ ਆਪਾਂ ਹੁਣ ਗੱਲ ਕਰੀਏ ਵੀ ਫਸਟ ਜਿਹੜੀ ਫੀਮੇਲ ਜੱਜ ਬਣੇ ਸੀ ਉਹ ਕੌਣ ਸੀਗੇ? ਫਾਤਿਮਾ ਬੀਬੀ, ਔਰ ਇਹ ਬਣੇ ਸੀਗੇ 1999 ਦੇ ਵਿੱਚ। ਹੁਣ ਜੇ ਗੱਲ ਕਰੀਏ ਵੀ ਸਭ ਤੋਂ ਲੌਂਗੈਸਟ ਟੈਨਿਓਰ ਜਿਹੜਾ ਵੂਮਨ ਦੇ ਵਿੱਚੋਂ ਰਿਹਾ ਗਾ ਉਹ ਕਿਹਨਾਂ ਦਾ ਰਿਹਾ ਗਾ? ਤੇ ਉਹ ਰਿਹਾ ਇੰਦਰਾ ਬੈਨਰਜੀ ਦਾ। ਤੇ ਜੇ ਹੁਣ ਆਪਾਂ ਗੱਲ ਕਰੀਏ ਵੀ ਮੇਲ ਦੇ ਵਿੱਚੋਂ ਸਭ ਤੋਂ ਲੌਂਗੈਸਟ ਟੈਨਿਓਰ ਕਿਹਦਾ ਰਿਹਾ ਗਾ? ਉਹ ਰਿਹਾ ਬਾਈ ਬੀ ਚੰਦਰਚੂੜ ਦਾ। ਜੇ ਆ ਜੇ ਵੀ ਕਿੰਨੇ ਸਾਲ ਰਿਹਾ ਸੀ? ਦੈਨ ਇਹ ਰਿਹਾ ਸੀ 7 ਈਅਰ। ਜੇ ਆ ਜੇ ਵੀ ਇਹਦੇ ਵਿੱਚੋਂ ਸਭ ਤੋਂ ਘੱਟ ਕਿਹਦਾ ਰਿਹਾ ਸੀ? ਤਾਂ ਬੱਚੇ ਇਹ ਸਭ ਤੋਂ ਘੱਟ ਉਹਦਾ ਨਾ ਜਿਹੜੇ ਵੀ ਜੱਜ ਸੀਗੇ ਉਹਨਾਂ ਦਾ 18 ਦਿਨ ਹੀ ਰਿਹਾ ਸੀ, ਓਨਲੀ 18 ਡੇਜ਼। ਤਾਂ ਇਹ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਉਹ ਕਿਹੜੇ ਜੱਜ ਸੀ ਜਿਨ੍ਹਾਂ ਦਾ ਇੰਨਾ ਕੁ ਸਮਾਂ ਰਿਹਾ ਸੀ। ਤਾਂ ਇਹ ਤੋਂ ਬਿਨਾਂ ਬੱਚੇ ਆਪਾਂ ਜੁਡੀਸ਼ਰੀ ਦੇ ਕੁਝ ਫੈਕਟ ਹੋਰ ਕਰ ਲੈਂਦੇ, ਇਹਨਾਂ ਨੂੰ ਮੈਂ ਅਰੇਜ਼ ਕਰਨ ਲੱਗਿਆ, ਤੁਸੀਂ ਨੋਟ ਕਰ ਲਿਆ ਹੋਊਗਾ। ਹੁਣ ਜੇ ਆਪਾਂ ਗੱਲ ਕਰੀਏ ਇਹਨਾਂ ਦੀ ਓਥ ਦੀ, ਠੀਕ ਆ, ਚਾਹੇ ਤਾਂ ਸੁਪਰੀਮ ਕੋਰਟ ਆ ਚਾਹੇ ਤਾਂ ਫਿਰ ਹਾਈ ਕੋਰਟ ਆ। ਸੁਪਰੀਮ ਕੋਰਟ ਦੇ ਵਿੱਚ ਜਿਹੜੇ ਵੀ ਚੀਫ ਜੱਜ ਹੋਣਗੇ ਉਹਨਾਂ ਨੂੰ ਸਹੁੰ ਖਵਾਈ ਜਾਂਦੀ ਆ P52 ਜਾਣੀ ਕਿ ਪ੍ਰੈਜ਼ੀਡੈਂਟ ਸਾਹਿਬ ਦੁਆਰਾ। ਇਸ ਤੋਂ ਬਾਅਦ ਜਿਹੜੇ ਇੱਥੇ ਬਾਕੀ ਜੱਜ ਹੁੰਦੇ ਆ ਉਹਨਾਂ ਨੂੰ ਸਹੁੰ ਖਵਾਈ ਜਾਂਦੀ ਆ ਚੀਫ ਜੱਜ ਦੁਆਰਾ। ਓਕੇ, ਤਾਂ ਹਾਈ ਕੋਰਟ ਦੇ ਵਿੱਚ ਵੀ ਜਿਹੜਾ ਚੀਫ ਜੱਜ ਹੋਊਗਾ ਉਹਨੂੰ ਸਹੁੰ ਖਵਾਈ ਜਾਂਦੀ ਆ ਸਟੇਟ ਦੇ ਗਵਰਨਰ ਦੇ ਦੁਆਰਾ। ਜਿਹੜੇ ਅਨਦਰ ਜੱਜ ਹੋਣਗੇ ਉਹਨਾਂ ਨੂੰ ਸਹੁੰ ਖਵਾਈ ਜਾਂਦੀ ਆ ਚੀਫ ਜੱਜ ਦੁਆਰਾ। ਤਾਂ ਬੱਚੇ ਆ ਸੀ ਇਹਨਾਂ ਦੀ ਸਹੁੰ ਨੂੰ ਲੈ ਕੇ। ਬਾਕੀ ਜੇ ਹੁਣ ਆਪਾਂ ਗੱਲ ਕਰੀਏ ਇਹਨਾਂ ਦੀ ਸੈਲਰੀ ਦੇ ਰਿਗਾਰਡਿੰਗ, ਹੁਣ ਸੈਲਰੀ ਜੇ ਤਾਂ ਸੁਪਰੀਮ ਕੋਰਟ ਆ ਦੈਨ ਉਹਨਾਂ ਨੂੰ ਤਾਂ ਜਾਂਦੀ ਆ ਤਨਖਾਹ ਕੰਸੋਲੀਡੇਟਡ ਫੰਡ ਦੇ ਵਿੱਚੋਂ। ਕੰਸੋਲੀਡੇਟਡ ਫੰਡ ਬਾਹਲੇ ਨਹੀਂ, ਮਤਲਬ ਕਿ ਤੁਸੀਂ ਦੋ ਕਹਿ ਸਕਦੇ ਹੋ ਕਿਉਂਕਿ ਜਿਹੜੀ ਸਟੇਟ 'ਚ ਪੜ੍ਹੋਗੇ ਤੁਸੀਂ ਤਾਂ ਕੰਸੋਲੀਡੇਟਡ ਫੰਡ ਆਫ ਇੰਡੀਆ, ਤਾਂ ਇਹਦੇ 'ਚੋਂ ਜਾਂਦੀ ਆ। ਹਾਈ ਕੋਰਟ ਨੂੰ ਕੰਸੋਲੀਡੇਟਡ ਫੰਡ ਸੇਮ ਆ, ਬਟ ਉਹ ਜਿਹੜੀ ਸਟੇਟ ਦੇ ਨਾਲ ਡੀਲ ਕਰਦੇ ਆ ਉਹਦੇ ਵਿੱਚੋਂ ਜਾਂਦੀ ਆ। ਤਾਂ ਆਹ ਸੈਲਰੀ ਨੂੰ ਲੈ ਕੇ ਯਾਦ ਰੱਖਣਾ। ਬਾਕੀ ਇੱਕ ਆਰਟੀਕਲ ਨਿਊਜ਼ ਦੇ ਵਿੱਚ ਵੈਸੇ ਵੀ ਰਿਹਾ ਸੀ 125(1), ਇਹ ਕਾਹਦੇ ਨਾਲ ਡੀਲ ਕਰਦਾ? ਇਹ ਸੈਲਰੀਜ਼ ਆਫ ਜੱਜਸ ਹੁੰਦੇ ਆ ਜਿਹੜੇ ਉਹਨਾਂ ਦੇ ਨਾਲ ਡੀਲ ਕਰਦਾ ਗਾ। ਇੱਕ ਤਾਂ ਬੱਚੇ ਇਹ ਸੀ। ਬਾਕੀ ਹੁਣ ਆਪਾਂ ਗੱਲ ਕਰੀਏ ਮੈਕਸੀਮਮ ਏਜ। ਤਾਂ ਹੁਣ ਬੱਚੇ ਜੁਡੀਸ਼ਰੀ ਟੌਪਿਕ ਦੇਖੋ, ਕੁਐਸਚਨ ਆਪਾਂ ਇੱਕ ਜੁਡੀਸ਼ਰੀ ਦਾ ਸੀ, ਬਟ ਆਪਾਂ ਜੁਡੀਸ਼ਰੀ ਦੇ ਜਿੰਨੇ ਇੰਪੋਰਟੈਂਟ ਫੈਕਟ ਬਣ ਸਕਦੇ ਐਗਜ਼ਾਮ ਓਰੀਐਂਟਡ ਆਪਾਂ ਸਾਰੇ ਕਵਰ ਕਰ ਲਾਂਗੇ। ਤੁਹਾਨੂੰ ਖੁਦ ਨੂੰ ਲੱਗਣਾ ਚਾਹੀਦਾ ਜਦੋਂ ਤੁਸੀਂ ਇੱਕ ਕੁਐਸਚਨ ਵੀ ਇੱਥੋਂ ਆਪਣੇ ਤੋਂ ਕਰ ਲਿਆ ਤਾਂ ਤੁਹਾਨੂੰ ਲੱਗਣਾ ਚਾਹੀਦਾ ਕਿ ਮੈਂ ਜੁਡੀਸ਼ਰੀ ਦੇ ਬਾਰੇ ਬਹੁਤ ਕੁਝ ਜਾਣਦਾ, ਜਾਂ ਜਿੰਨਾ ਐਗਜ਼ਾਮ ਓਰੀਐਂਟਡ ਆ ਸਕਦਾ ਉਨੇ ਫੈਕਟ ਨੇ ਜਿਹੜੇ ਮੈਨੂੰ ਕਲੀਅਰ ਨੇ। ਹੁਣ ਦੇਖੋ ਜੇ ਮੈਕਸੀਮਮ ਏਜ ਦੀ ਗੱਲ ਕਰੀਏ, ਸੁਪਰੀਮ ਕੋਰਟ ਆਪਣੀ ਵੱਡੀ ਕੋਰਟ ਆ, ਦੈਨ ਇਹਦੇ 'ਚ 65 ਸਾਲ ਮੈਕਸੀਮਮ ਏਜ ਆ। ਜੇ ਹਾਈ ਕੋਰਟ ਦੀ ਗੱਲ ਕਰੀਏ ਦੈਨ ਹਾਈ ਕੋਰਟ ਛੋਟੀ ਕੋਰਟ ਆ, ਦੈਨ ਉਹਦੇ 'ਚ 62 ਈਅਰ ਆ। ਅਤੇ ਜੇ ਆਪਾਂ ਗੱਲ ਕਰੀਏ ਮਿਨੀਮਮ ਏਜ ਦੀ ਤਾਂ ਆਪਣਾ ਕੌਨਸਟੀਟਿਊਸ਼ਨ ਦੋਨਾਂ ਬਾਰੇ ਕੁਛ ਨਹੀਂ ਕਹਿੰਦਾ। ਸੋ ਮਿਨੀਮਮ ਏਜ 'ਤੇ ਬਿਲਕੁਲ ਪ੍ਰੋਪਰ ਚੁੱਪ ਆ। ਤਾਂ ਬੱਚੇ ਇਹ ਸੀ ਇੰਨੇ ਕੁ ਫੈਕਟ। ਹੁਣ ਦੇਖੋ ਜੇ ਆਪਾਂ ਗੱਲ ਕਰੀਏ ਤਾਂ ਇੱਕ ਆਪਣੇ ਰਹਿ ਗਏ ਪਾਰਟਸ ਦੀ ਗੱਲ, ਠੀਕ ਆ, ਜੁਡੀਸ਼ਰੀ। ਜੇ ਤਾਂ ਹੁਣ ਆ ਗਈ ਆਪਣੀ ਸੁਪਰੀਮ ਕੋਰਟ। ਸੁਪਰੀਮ ਕੋਰਟ ਆਪਣੇ ਪਾਰਟ ਹੈਗੀ ਆ ਸੰਵਿਧਾਨ ਦੇ 5ਵੇਂ ਦੇ ਵਿੱਚ, ਠੀਕ ਆ, ਇਹ ਪਾਰਟ 5 ਦੇ ਵਿੱਚ ਆਉਂਦੀ ਆ। ਹਾਈ ਕੋਰਟ ਤੇ ਡਿਸਟ੍ਰਿਕਟ ਕੋਰਟ ਇਹ ਦੋਨੋਂ ਸੇਮੇ ਪਾਰਟ ਦੇ ਵਿੱਚ ਆਉਂਦੀਆਂ ਨੇ। ਅਤੇ ਜੇ ਆਪਾਂ ਗੱਲ ਕਰੀਏ ਸੁਪਰੀਮ ਕੋਰਟ ਦੇ ਆਰਟੀਕਲ ਦੀ 124 ਤੋਂ ਲੈ ਕੇ 147 ਤੱਕ ਆਰਟੀਕਲ ਨੇ ਜਿਹੜੇ ਇਹਦੇ ਵਾਲੇ ਚੱਲਦੇ ਨੇ, ਠੀਕ ਆ। ਅਤੇ ਜੇ ਆਪਾਂ ਗੱਲ ਕਰੀਏ ਹਾਈ ਕੋਰਟ ਦੀ, ਉੱਪਰ ਲਿਖ ਲੈਣਾ ਬੱਚੇ ਬਿਲਕੁਲ ਟੌਪ 'ਤੇ ਦੇਖੋ। ਜੇ ਆਪਾਂ ਹਾਈ ਕੋਰਟ ਦੇ ਆਰਟੀਕਲ ਗੱਲ ਕਰੀਏ 214 ਤੋਂ ਲੈ ਕੇ 232 ਤੱਕ ਹਾਈ ਕੋਰਟ ਦੇ ਨੇ। ਫਿਰ ਜੇ ਆਪਾਂ ਡਿਸਟ੍ਰਿਕਟ ਕੋਰਟ ਦੀ ਗੱਲ ਕਰੀਏ ਤਾਂ ਇਹ ਤੋਂ ਬਾਅਦ ਹੀ ਸਟਾਰਟ ਹੋ ਜਾਂਦਾ 233 ਤੋਂ ਲੈ ਕੇ 237 ਤੱਕ ਡਿਸਟ੍ਰਿਕਟ ਕੋਰਟ ਦੇ ਆਰਟੀਕਲ ਨੇ। ਔਰ ਹਾਈ ਕੋਰਟ ਔਰ ਡਿਸਟ੍ਰਿਕਟ ਕੋਰਟ ਦੋਨੇ ਪਾਰਟ 6 ਦੇ ਵਿੱਚ ਸੰਵਿਧਾਨ ਦੇ ਆਉਂਦੇ ਆ। ਸੋ ਬੱਚੇ ਦੇਖੋ ਇਹ ਸੀਗਾ ਆਪਣਾ ਪਹਿਲਾ ਕੁਐਸਚਨ ਵਿਦ ਫੈਕਟ। ਤਾਂ ਬੱਚੇ ਉਮੀਦ ਕਰਦਾ ਵੀ ਤੁਹਾਨੂੰ
बहुत कुछ नवां सीखण नूं मिलिਆ ਹੋਊਗਾ और एग्जाम ओरीएंटेड जिन्ने फैक्ट ਤੁਹਾਨੂੰ आ सकते हैं उन्हें ਆਪਾਂ करवाउण ਦੀ कोशिश ਕੀਤੀ है, ਤੁਹਾਨੂੰ समझ लगे होणगे। ਤਾਂ ਤੁਸੀਂ ਇਹਨਾਂ ਨੂੰ ਨਾਲ ਦੀ ਨਾਲ ਨੋਟ ਕਰੀ ਜਾਣਾ ਬੱਚੇ। ਜਿਨ੍ਹਾਂ ਨੂੰ ਇਹਦਾ PDF ਚਾਹੀਦਾ ਹੋਊਗਾ ਬੱਚੇ, ਉਹ ਅੱਜ ਆਪਾਂ ਤਕਰੀਬਨ ਕਲਾਸ ਤੋਂ ਬਾਅਦ ਹੀ ਟੈਲੀਗ੍ਰਾਮ ਤੇ ਪ੍ਰੋਵਾਈਡ ਕਰਵਾ ਦਿੱਤਾ ਜਾਊਗਾ ਵਿਦ ਆਨਸਰ। ਤੇ ਆ ਕਲਾਸ ਵਾਲਾ ਵਰਕ ਉਹਦੇ ਤੇ ਬੱਚੇ ਨਹੀਂ ਹੋਊਗਾ, ਉਹਦੇ ਤੇ ਬਸ ਸਿੰਪਲ ਆ ਜਿਵੇਂ ਕੁਐਸਚਨ ਨੇ ਤੁਹਾਡੇ ਸਾਹਮਣੇ ਕੁਐਸਚਨ ਹੋਣਗੇ ਔਰ ਇਹਨਾਂ ਦੇ ਲਾਸਟ ਦੇ ਉੱਪਰ ਆਨਸਰ ਹੋਣਗੇ, ਉਹਦੇ ਤੇ ਇੰਨਾ ਹੀ ਹੋਊਗਾ। ਹੁਣ ਆਪਾਂ ਦੂਸਰਾ ਕੁਐਸਚਨ ਦੇਖਦੇ ਹਾਂ, ਬਾਏ ਵਿਚ ਵਨ ਆਫ ਦਾ ਫੋਲੋਇੰਗ ਐਕਟ। ਇਹਦੇ 'ਚ ਕੀ ਕਹਿੰਦੇ ਆ ਵੀ ਇਹਨਾਂ ਦੇ ਵਿੱਚੋਂ 4 ਐਕਟ ਦਿੱਤੇ ਹੋਏ ਆ, ਕਿਹੜਾ ਐਕਟ ਆ? ਲੈਜਿਸਲੇਟਿਵ ਕਾਉਂਸਲ ਆਫ ਇੰਡੀਆ ਰਿਸੀਵਡ ਦਾ ਮਤਲਬ ਕਿ ਜਿਹੜੀ ਆਪਣੀ ਲੈਜਿਸਲੇਟਿਵ ਕਾਉਂਸਲ ਸੀ ਭਾਰਤ ਦੀ, ਉਹਨੂੰ ਪਾਵਰ ਮਿਲੀ ਸੀ ਬਜਟ ਦੇ ਉੱਤੇ ਡਿਸਕਸ ਕਰਨ ਦੀ। ਹੁਣ ਦੇਖੋ ਬੱਚੇ, ਇਹ ਵੀ ਆਪਣਾ ਕੌਂਸਟੀਟਿਊਸ਼ਨਲ ਡਿਵੈਲਪਮੈਂਟ ਦੇ ਵਿੱਚੋਂ ਤੁਸੀਂ ਕਹਿ ਸਕਦੇ ਹੋ, ਉਹਦੇ ਵਿੱਚ ਇਹ ਟੌਪਿਕ ਨੂੰ ਆਪਾਂ ਕਵਰ ਕਰਦੇ ਹੁੰਦੇ ਹਾਂ। ਤਾਂ ਇਹਦਾ ਕਰੈਕਟ ਆਨਸਰ ਕੀ ਆਊਗਾ? ਇਹਦਾ ਕਰੈਕਟ ਆਨਸਰ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ, ਇੰਡੀਅਨ ਕਾਉਂਸਲ ਐਕਟ 1892। ਤਾਂ ਬੱਚੇ ਯਾਦ ਰੱਖਣੀ ਹੈ, ਇੰਪੋਰਟੈਂਟ ਟਰਮ ਆ, ਬਹੁਤ ਵਾਰ ਆਇਆ ਵਾ ਕੁਐਸਚਨ, ਇਹ ਵੀ ਸਾਰੇ ਕੁਐਸਚਨ ਇਹ ਐਗਜ਼ਾਮਸ ਦੇ ਆਏ ਹੋਏ ਨੇ। ਤਾਂ ਇੰਡੀਅਨ ਕਾਉਂਸਲ ਐਕਟ 1892, ਇਹਦੇ ਵਿੱਚ ਇਹਨਾਂ ਨੂੰ ਬਜਟ ਦੇ ਉੱਤੇ ਡਿਸਕਸ ਕਰਨ ਦਾ ਰਾਈਟ ਸੀਗਾ ਜਿਹੜਾ ਪ੍ਰੋਵਾਈਡ ਕਰਵਾਇਆ ਗਿਆ ਸੀ। ਤਾਂ ਇਹਦੇ ਨਾਲ ਆਪਾਂ ਬੱਚੇ ਹੋਰ ਥੋੜ੍ਹੇ ਜਿਹੇ ਫੈਕਟ ਕਰ ਲੈਂਦੇ ਹਾਂ। ਤਾਂ ਦੇਖੋ, ਇੱਕ ਟਰਮ ਆਉਂਦੀ ਆ ਫਾਦਰ ਆਫ ਕਮਨਲ ਇਲੈਕਟ੍ਰੇਟ, ਕਿਹਨੂੰ ਕਿਹਾ ਜਾਂਦਾ? ਇਹ ਕਿਹਾ ਜਾਂਦਾ ਲਾਰਡ ਮਿੰਟੋ ਨੂੰ। ਬੱਚਾ ਸਿੱਧਾ ਸਿੱਧਾ ਫੈਕਟ ਸੀਗਾ। ਤਾਂ ਇਹਨੂੰ ਤੁਸੀਂ ਫਾਦਰ ਆਫ ਕਮਨਲ ਇਲੈਕਟ੍ਰੇਟ ਕਿਹਾ ਜਾਂਦਾ, ਕਿਹਨੂੰ? ਲਾਰਡ ਮਿੰਟੋ ਨੂੰ ਕਿਹਾ ਜਾਂਦਾ। ਤਾਂ ਹੁਣ ਇਹਦੇ 'ਚ ਆਪਣਾ ਆ ਗਿਆ ਇੰਡੀਅਨ ਕਾਉਂਸਲ ਐਕਟ 1909 ਆ ਗਿਆ। ਹੁਣ ਆਪਾਂ ਇਹਦੇ ਬਾਰੇ ਵੀ ਕੁਛ ਫੈਕਟ ਨੇ ਜਿਹੜੇ ਆਪਾਂ ਕਰ ਲੈਂਦੇ ਹਾਂ। ਇੰਡੀਅਨ ਨੈਸ਼ਨਲ ਕਾਉਂਸਲ ਐਕਟ 1909। ਹੁਣ ਬੱਚੇ ਦੇਖੋ, ਇਹਦੇ ਬਾਰੇ ਵੀ ਆਪਾਂ ਗੱਲ ਕਰ ਲਈਏ। ਇਹਨੂੰ ਇੱਕ ਨਾਮ ਨਾਲ ਹੋ ਰਿਹਾ ਜਾਣਿਆ ਜਾਂਦਾ, ਮੋਰਲੇ ਮਿੰਟੋ ਰਿਫਾਰਮਸ। ਤਾਂ ਮਤਲਬ ਇਹ ਨਾਮ ਨਾਲ ਵੀ ਇਹਨੂੰ ਜਾਣਿਆ ਜਾਂਦਾ ਗਾ। ਤਾਂ ਹੁਣ ਇਹਦੇ 'ਚ ਕੀ ਹੋਇਆ ਸੀ? ਫਸਟ ਟਾਈਮ ਐਗਜ਼ੀਕਿਊਟਿਵ ਕਾਉਂਸਲ ਸੀਗੀ ਜਿਹੜੀ, ਠੀਕ ਆ, ਵੈਰੀ ਫਸਟ ਟਾਈਮ ਬੱਚੇ। ਤਾਂ ਇੱਥੇ ਦੇਖੋ ਤੁਸੀਂ, ਫਸਟ ਟਾਈਮ ਜੋ ਕਿ ਐਗਜ਼ੀਕਿਊਟਿਵ ਕਾਉਂਸਲ ਸੀ ਕਿਹਨਾਂ ਦੀ? ਗਵਰਨਰ ਐਂਡ ਵਾਇਸਰਾਏ ਦੀ। ਤਾਂ ਇਹਨਾਂ ਦੇ ਵਿੱਚ ਇੰਡੀਅਨ ਨੂੰ ਸ਼ਾਮਲ ਕੀਤਾ ਗਿਆ, ਮਤਲਬ ਕਿ ਜਿਹੜੀ ਭਾਰਤੀ ਸਮੂਲੀਅਤ ਕਹਿ ਲਓ ਤੁਸੀਂ, ਐਗਜ਼ੀਕਿਊਟਿਵ ਕਾਉਂਸਲ ਆਫ ਇੰਡੀਆ ਸੀ, ਉਹਨਾਂ ਦੀ ਜਾਂ ਉਹਨਾਂ ਦੀ ਐਗਜ਼ੀਕਿਊਟਿਵ ਕਾਉਂਸਲ ਦੇ ਵਿੱਚ ਸਮੂਲੀਅਤ ਹੋਊਗੀ। ਤਾਂ ਇਹ ਪਹਿਲੀ ਵਾਰ ਹੋਇਆ ਸੀ ਜਦੋਂ ਇਹਨਾਂ ਨੂੰ ਸ਼ਾਮਲ ਕੀਤਾ ਗਿਆ ਸੀ। ਔਰ ਤੁਹਾਨੂੰ ਆ ਜੇ ਫਸਟ, ਇਹਨਾਂ ਦੇ ਵਿੱਚੋਂ ਫਸਟ ਕਿਹੜੇ ਵਿਅਕਤੀ ਸੀ ਜਿਹੜੇ ਇਹਦੇ ਵਿੱਚ ਅਪੁਆਇੰਟ ਕੀਤੇ ਗਏ? ਉਹਨਾਂ ਦਾ ਨਾਮ ਸੀ ਸਤਿੰਦਰ ਪ੍ਰਸਾਦ ਸਿਨਹਾ। ਤਾਂ ਇਹ ਉਹ ਬੰਦੇ ਸੀ ਜਿਹੜੇ ਮਤਲਬ ਕਿ ਪਹਿਲੀ ਵਾਰ ਇਹਦੇ 'ਚ ਅਪੁਆਇੰਟ ਕੀਤੇ ਗਏ। ਕੀ ਅਪੁਆਇੰਟ ਕੀਤੇ ਗਏ ਸੀ? ਇਹ ਅਪੁਆਇੰਟ ਕੀਤੇ ਗਏ ਸੀ ਲਾਅ ਮੈਂਬਰ। ਤਾਂ ਬੱਚੇ ਆ ਤੁਸੀਂ ਸਿੱਧੇ ਸਿੱਧੇ ਫੈਕਟ ਨੇ ਜਿਹੜੇ ਤੁਸੀਂ ਇਹਦੇ 'ਚ ਕਰਨੇ ਸੀ। ਬਾਕੀ ਹੋਰ ਇਹਦੇ 'ਚ ਕੀ ਹੋਇਆ ਸੀਗਾ, ਇੱਕ ਇੰਪੋਰਟੈਂਟ ਚੀਜ਼ਾਂ ਸੀਗੀਆਂ ਜਿਹੜੀਆਂ, ਸੈਪਰੇਟ ਇਲੈਕਟ੍ਰੇਟ ਦਿੱਤਾ ਸੀਗਾ ਕਿਹਨਾਂ ਨੂੰ? ਮੁਸਲਿਮਸ ਨੂੰ। ਉਹ ਵੀ ਮੋਰਲੇ ਮਿੰਟੋ ਰਿਫਾਰਮ ਜਾਣੀ ਕਿ 1909 ਦੇ ਐਕਟ ਦੇ ਨਾਲ ਹੀ ਹੋਇਆ ਸੀਗਾ, ਠੀਕ ਆ। ਇਸ ਤੋਂ ਬਾਅਦ ਜਿਹੜਾ 1919 ਦਾ ਐਕਟ ਸੀ ਬੱਚੇ, ਉਹਨੂੰ ਆਪਾਂ ਇੱਥੇ ਹੀ ਕਰ ਲੈਂਦੇ ਹਾਂ। ਜਿਹੜਾ ਆਪਣਾ ਆ ਇੰਡੀਅਨ ਕਾਉਂਸਲ ਐਕਟ 1919 ਆ, ਤਾਂ ਵੈਸੇ ਤਾਂ ਇਹਦੀ ਬੀ ਆਪਸ਼ਨ ਕਰੈਕਟ ਆ, ਬਟ ਤੁਹਾਨੂੰ ਐਕਟ ਦੇ ਬਾਰੇ ਮੈਂ ਜਾਣਨ ਪਾ ਰਿਹਾ। ਇੰਡੀਅਨ ਕਾਉਂਸਲ ਐਕਟ 1919, ਇਹਦੇ 'ਚੋਂ ਇੰਪੋਰਟੈਂਟ ਫੈਕਟ ਕੀ ਨੇ? ਦੇਖੋ ਬੱਚੇ, ਇਹਨੂੰ ਕਿਹਾ ਜਾਂਦਾ, ਇਹਦਾ ਨਾਮ ਵੀ ਹੈਗਾ ਮੌਂਟਗਿਊ ਚੇਮਸਫੋਰਡ। ਮਤਲਬ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਇਹਦੇ ਬਾਰੇ ਦੱਸ ਵੀ ਚੁੱਕਿਆ ਬੱਚੇ ਆਲਰੇਡੀ। ਤਾਂ ਇਹਦੇ 'ਚ ਕੀ ਹੋਇਆ ਸੀ? ਫਸਟ ਟਾਈਮ ਅਡੋਪਟ ਕੀਤਾ ਸੀਗਾ ਡਾਇਰੈਕਟ ਇਲੈਕਸ਼ਨ ਸਿਸਟਮ। ਇਹਦੇ 'ਚ ਫਸਟ ਟਾਈਮ ਅਡੋਪਟ ਕੀਤਾ ਗਿਆ ਸੀ ਡਾਇਰੈਕਟ ਇਲੈਕਸ਼ਨ ਸਿਸਟਮ। ਤਾਂ ਜੇ ਤੁਹਾਨੂੰ ਆ ਜਾਏ ਵੀ ਫਸਟ ਡਾਇਰੈਕਟ ਇਲੈਕਸ਼ਨ ਸਿਸਟਮ ਸੀ ਜਿਹੜਾ ਕਿਹੜੇ ਦੇ ਵਿੱਚ ਅਡੋਪਟ ਕੀਤਾ ਗਿਆ ਸੀ? ਉਹ 1919 ਦੇ ਨਾਲ। ਬਾਕੀ ਬੱਚੇ ਇੱਥੇ ਦਵੈਤਵਾਦ ਸਿਸਟਮ ਜਾਣੀ ਕਿ ਡਾਇਰਕੀ ਲਾਈ ਸੀਗੀ ਕਿੱਥੇ? ਪ੍ਰਾਂਤਾਂ ਦੇ ਵਿੱਚ, ਜਾਣੀ ਕਿ ਸਟੇਟ ਲੈਵਲ ਦੇ ਉੱਤੇ ਲਾਈ ਸੀਗੀ, ਜਿਹੜੀ ਕਿ ਗਵਰਨਮੈਂਟ ਆਫ ਇੰਡੀਆ ਐਕਟ 1935 ਆ ਜਿਹੜਾ, ਉਹਦੇ ਨਾਲ ਖ਼ਤਮ ਕਰਕੇ ਸਟੇਟ 'ਤੇ ਜਾਣੀ ਕਿ ਕੇਂਦਰ 'ਤੇ ਲਾਈ ਜਾਊਗੀ। ਬਟ ਜੇ ਤੁਹਾਨੂੰ ਅਜੇ ਪਹਿਲੀ ਵਾਰ ਕਦੋਂ ਲਾਈ ਸੀ, ਤਾਂ ਇਹ ਪ੍ਰਾਂਤਾਂ ਦੇ ਵਿੱਚ 1919 ਦੇ ਨਾਲ ਲਾਈ ਸੀ। ਔਰ ਇਹਦੇ ਵਿੱਚ ਵੀ ਜਿਹੜੇ ਅੱਗੇ ਇਹਨਾਂ ਦੇ ਸਬਜੈਕਟ ਸੀਗੇ, ਸਬਜੈਕਟਸ ਨੂੰ 2 ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਹੋਇਆ ਸੀ। ਇੱਕ ਤਾਂ ਹੈਗੇ ਸੀ ਟਰਾਂਸਫਰ ਸਬਜੈਕਟ ਔਰ ਦੂਸਰੇ ਹੈਗੇ ਸੀ ਰਿਜ਼ਰਵਡ ਸਬਜੈਕਟ।
बस बच्चे इन्ना कुछ तुसीं फैक्ट ये बारे याद कर लिओ। बाकी ये जी रिस्पोंसिबल टर्म यूज़ की गई सी वो भी फस्ट टाइम 1919 के एक्ट के ही यूज़ की गई सी। किहड़ी रिस्पोंसिबल टर्म सी जी वो भी यूज़ की गई सी पहली बार 1919 के एक्ट के। तो बच्चे देखो ये वाले सीगे कुछ इंपॉर्टेंट फैक्ट जोड़े आप दूसरे क्वेश्चन के नाल करने की कोशिश की है। जोड़े बच्चे चैनल के उत्ते नवे बच्चे चैनल को चलते दौरान सबसक्राइब करो, नाल ही बैल नोटिफिकेशन ऑन कर दो। अगर वीडियो और कंटेंट तुहानू चंगा लग रहा और समझ आ रहा दैन वीडियो में चलते दौरान ही लाइक करो और अपने दोस्तों मित्रों के नाल अगे भी साझा करो। तीसरा क्वेश्चन देखते हैं बच्चे, अंडर विच ऑफ द फॉलोइंग एक्ट डायरकी एट द सेंटर लैवल। हुण आ देखो उही गल आ गई सेंटर लैवल ते आपां पहिलां वाले क्वेश्चन दे विच भी गल करके हटे। कहते भी किहड़ा एक्ट आ जिहदे नाल केंद्र लैवल ते जां फिर सेंटर ते मतलब अपना डायरकी सिस्टम आ जिहड़ा ओह शुरू किया गया सीगा। 1813 का एक्ट, 84 का एक्ट, या फिर 1935 या फिर 1919 का एक्ट। देखो बच्चे जिहड़ा अपना तीसरा क्वेश्चन है यदा बिल्कुल जिहड़ा करैक्ट आंसर आ वो हैगा सी, क्योंकि मैं तुहानूं पहिलां वाले क्वेश्चन दे विच ही दस के हटिया भी गवर्नमेंट ऑफ इंडिया एक्ट 1935 जिहड़ा इहदे नाल केंद्र लैवल के उत्ते डायरकी सी जिहड़ी अपनी ओह शुरू की गई सी। ठीक है, तो बच्चे होर देखो ਇਹਦੇ ਨਾਲ इंपोर्टेंट फैक्ट आ ਜਿਹੜੇ भी ਆਪਾਂ ਉਹ ਕਰਨੇ ਆ ਤਾਂ ਇਹਦੇ 'ਚ ਕੀ ਹੋਇਆ ਤੇ ਜਿਹੜਾ ਇਹ ਵਾਲਾ ਐਕਟ ਸੀਗਾ 1935 ਤਾਂ ਇਹਦੇ 'ਚ ਇਸਟੈਬਲਿਸ਼ ਕੀ ਕੀਤਾ ਗਿਆ, ਇਸਟੈਬਲਿਸ਼ ਕੀਤਾ ਗਿਆ ਇਹਦੇ 'ਚ ऑल इंडिया फैडरेशन इस्टाबलिश की गई। हुण इहदे च जिहड़ियां तां आज़ाद स्टेट सी वो भी ने, ठीक है, जां जानी कि जिन्होंने प्रिंसली स्टेट कहने आ, जां फिर जिहड़े प्रोविंस सीगे जां इन्हां दे कंट्रोल दे विच वो भी सीगे, मतलब कि इस्टाबलिश करती ऑल इंडिया फैडरेशन। बाकी होर इहदे च की होया जिहड़ियां आपां 3 लिस्ट्स अज पढ़दे हां 7वें शेड्यूल दे विच तां वो भी इहदे च दित्तियां गईयां सी, पहलां 3 लिस्ट सीगियां और इत्थे की कीता गया एबोलिश की गई, एबोलिस्ट जो लाई सीगी पहला स्टेट लैवल ते वो डायरकी खत्म करती और हुण शुरू कित्थे करती केंद्र लैवल ते शुरू करती। और इहदे नाल ही इनू की कहा गया मतलब कि प्रांतां दे लई किहड़ी होगी ऑटोनोमी, ऑटोनोमी प्रोविंशियल ऑटोनोमी मिल गई मतलब इन्हां नूं। ठीक है, ये किन्हां नूं मिल गई, प्रांतां नूं मिल गई। इत्थों तक क्लीयर आ। बाकी बच्चे इहदे नाल की होया बाय कैमरा, चलो अगली दे विच देखते हैं आपां तां नाल इहदे विच की कीता बाय कैमरल, बाय कैमरल किन्ने प्रांतां नूं कीता गया 6 प्रांतां नूं। हुण यूनी कैमरल ते बाय कैमरल बच्चे तुहानूं पता भी जिथे तां मतलब एक सदन हुंदा उहनूं तां यूनी कैमरल कहा जांदा, जिथे बाय कैमरल हुंदा उत्थे विधान सभा विधान परिषद दोनों हुंदे आ। तां हुण इह बाय कैमरल दी गल कर रहे हां तां इह 6 प्रांतां दे विच सीगा। हुण प्रांत किहड़े सीगे, बंगाल, बॉम्बे एंड मद्रास, बिहार, असम एंड यूनाइटेड प्रोविंस यानी कि यूपी। 1 2 3 4 5 6 देखो बच्चे आ बड़ियां 6 प्रांत सीगे जिन्हां दे विच बाय कैमरल सिस्टम सीगा जिहड़ा ओह शुरू किया गया सीगा। बाकी हुण जे आपां गल करिए भी जिहड़ा ये एक्ट आया सी, ठीक है, गवर्नमेंट ऑफ इंडिया एक्ट 1935 ਤਾਂ ਇਹਦੇ ਵਿੱਚ मतलब कि काफ़ी सब तो ज़्यादा ਇਹ लंबा भी ਸੀਗਾ ਇਹਨਾਂ ਦਾ और अपना संविधान बहुत ज़्यादा ਜਿਹੜਾ ਨਿਚੋੜ ਆਪਾਂ ਇਹਦੇ ਵਿੱਚੋਂ ਹੀ ਲਿਆ ਗਾ ਤਾਂ ਕਰਕੇ ਇਹਨੂੰ ਬਲੂ ਪ੍ਰਿੰਟ ਵੀ ਕਿਹਾ ਜਾਂਦਾ ਇੰਡੀਅਨ ਕੌਨਸਟੀਟਿਊਸ਼ਨ ਦਾ, ਕਿਉਂਕਿ 60 ਤੋਂ 65% ਸਾਡਾ ਐਜ਼ ਇਟ ਕੌਨਸਟੀਟਿਊਸ਼ਨ ਆ ਜਿਹੜਾ ਅਸੀਂ ਇਹਦੇ ਵਿੱਚੋਂ ਅਡੋਪਟ ਕੀਤਾ ਹੋਇਆ। ਹੁਣ ਇਹ ਕਿਹੜੀਆਂ ਗੱਲਾਂ ਦੇ ਬੇਸ ਸੀਗਾ ਜਿਹੜਾ ਇਹ ਵਾਲਾ ਗਵਰਨਮੈਂਟ ਆਫ ਇੰਡੀਆ ਐਕਟ 1935 ਆਇਆ ਸੀ, ਤਾਂ ਇਹ ਕਿਹੜੀਆਂ ਗੱਲਾਂ ਦੇ ਬੇਸ ਸੀਗਾ। ਦੇਖੋ ਬੱਚੇ ਪਹਿਲਾਂ ਤਾਂ ਆਪਣੇ ਆਏ ਸੀ ਸਾਈਮਨ ਰਿਪੋਰਟ, ਜਾਣੀ ਕਿ ਆਪਾਂ ਪਹਿਲਾਂ ਦੀ ਵੀਡੀਓ ਦੇ ਵਿੱਚ ਗੱਲ ਕਰਕੇ ਹਟੇ ਨਾ, ਸਾਈਮਨ ਰਿਪੋर्ट ਤਾਂ ਸਾਈਮਨ ਰਿਪੋर्ट ਸੀ ਇਹ ਵੀ ਇਹਦੇ 'ਚ ਇਨਕਲੂਡ ਸੀ, ਇਹਦੇ ਬੇਸ ਵੀ ਸੀਗਾ। ठीक है, और इस तो बाद ਜਿਹੜੀਆਂ ਇਹਦੇ ਲਈ ਹੋਈਆਂ ਸੀ ਰਾਊਂਡ ਟੇਬਲ ਕਾਨਫਰੰਸ ਉਹ ਵੀ ਇਹਦੇ ਵਿੱਚ ਹੀ ਇਨਕਲੂਡ ਕਰਤੀਆਂ, ਉਹਨਾਂ ਦਾ ਜਿਹੜਾ ਰਿਜ਼ਲਟ ਆਇਆ। ਫਿਰ ਇਸ ਤੋਂ ਬਾਅਦ ਇੱਕ ਸੀਗਾ ਵਾਈਟ ਪੇਪਰ 1933 ਦੇ ਵਿੱਚ ਆਇਆ ਸੀ ਇਹ ਸੀਗੀ ਜਿਹੜੀ 3rd ਰਾਊਂਡ ਟੇਬਲ ਕਾਨਫਰੰਸ ਹੋਈ ਸੀ ਉਹਦੇ ਸੀਗਾ ਮਿਲ ਉਹਦੇ ਬੇਸ ਸੀਗਾ ਇਹ। ਠੀਕ ਆ, ਫਿਰ ਇਹ ਤੋਂ ਬਾਅਦ ਜਿਹੜੀ ਜੁਆਇੰਟ ਸਿਲੈਕਟ ਕਮੇਟੀ ਬਣੀ ਸੀ ਤਾਂ ਇਹਦੇ ਵੀ ਬੇਸ ਸੀਗਾ। ਤਾਂ ਆਹ 4-5 ਚੀਜ਼ਾਂ ਸੀ ਜਿਨ੍ਹਾਂ ਦੇ ਬੇਸ 'ਤੇ ਇਹ ਵਾਲਾ ਐਕਟ ਆਇਆ ਸੀਗਾ। ਠੀਕ ਆ, ਤਾਂ ਹੁਣ ਇਹਦੇ ਵਿੱਚ ਹੋਇਆ ਕੀ ਸੀਗਾ, ਮੁੱਖ ਕੰਮ ਜਿਹੜੇ ਹੋਏ ਇਹ ਐਕਟ ਦੇ ਵਿੱਚ ਉਹ ਕੀ ਸੀਗੇ ਬੱਚੇ। ਦੇਖੋ ਆਹ ਚੀਜ਼ ਇੰਨੀ ਕੁ ਤੁਸੀਂ ਨੋਟ ਕਰ ਲਈ ਹੋਊਗੀ। ਤਾਂ ਬੱਚੇ ਕਿਸੇ ਬੱਚੇ ਨੇ ਕਮੈਂਟ ਕੀਤਾ ਸੀਗਾ ਜਿਹੜਾ ਆਪਾਂ ਹਿਸਟਰੀ ਦੀ ਵੀਡੀਓ ਪਾਈ ਸੀਗੀ ਬਿਲਕੁਲ ਲਾਸਟ ਦੇ ਉੱਪਰ ਕਿ ਸਰ ਹਿਸਟਰੀ ਦੇ ਵਿੱਚੋਂ ਕੀ ਇੰਨਾ ਹੀ ਪੜ੍ਹਨਾ ਬੱਚੇ, ਉਹ ਮੈਂ ਨਹੀਂ ਕਿਹਾ ਸੀ ਤੁਸੀਂ ਇੰਨਾ ਹੀ ਪੜ੍ਹਨਾ। ਠੀਕ ਆ, ਤਾਂ ਉਹਦੇ ਵਿੱਚ ਤਾਂ ਜਿੰਨਾ ਕੁ ਪੋਸੀਬਲ ਹੋ ਸਕਿਆ ਇੰਪੋਰਟੈਂਟ ਹੀ ਲਿਖਿਆ ਉਹਦੇ 'ਚ ਆਪਾਂ,
ਵੀ ਜਿਹੜੇ ਇੰਪੋਰਟੈਂਟ ਟੌਪਿਕ ਹੈਗੇ ਨੇ ਆਪਾਂ ਉਹ ਤੁਹਾਡੇ ਨਾਲ ਡਿਸਕਸ ਕਰੇ ਸੀ। ਇਹ ਨਹੀਂ ਮਤਲਬ ਕਿ ਹਿਸਟਰੀ ਦੇ ਵਿੱਚੋਂ ਤੁਹਾਨੂੰ ਉਨੀ ਚੀਜ਼ ਹੀ ਆਊਗੀ, ਠੀਕ ਆ। ਉਹ ਬੱਚੇ ਜਸਟ ਇੱਕ ਤੁਹਾਨੂੰ ਆਈਡੀਆ ਜਾਂ ਫਿਰ ਉਹ ਟੌਪਿਕ ਕਵਰ ਕਰਵਾਉਣ ਦੇ ਲਈ ਸੀ। ਤਾਂ ਹੁਣ ਦੇਖੋ ਬੱਚੇ ਇਹਦੇ 'ਚ ਕੀ ਸੀਗਾ ਜਿਹੜਾ ਇੰਪੋਰਟੈਂਟ ਹੋਇਆ। ਤਾਂ ਇਹਦੇ 'ਚ ਮੁੱਖ ਕੰਮ ਸੀਗੇ ਜਿਹੜੇ ਕੀ ਹੋਏ, ਪਹਿਲਾਂ ਤਾਂ ਪ੍ਰਾਂਤਾਂ ਨੂੰ ਆਟੋਨੋਮੀ ਮਿਲ ਗਈ, ਉਹ ਆਪਾਂ ਗੱਲ ਕਰ ਚੁੱਕੇ ਹਾਂ, ਠੀਕ ਆ। ਤਾਂ ਉੱਪਰ ਲਿਖ ਰਿਹਾ ਮੈਂ ਬੱਚੇ, ਦੇਖੋ ਇੱਥੇ ਤਾਂ ਜਿਹੜੀ ਇਹਨਾਂ ਨੇ ਡਾਇਆਰਕੀ ਪਹਿਲਾਂ ਸਟੇਟ 'ਤੇ ਹੁੰਦੀ ਸੀ, ਹੁਣ ਇਹ ਕਿੱਥੇ ਲਾਤੀ, ਕੇਂਦਰ 'ਤੇ ਲਾਤੀ, ਠੀਕ ਆ। ਔਰ ਬਾਏ ਕੈਮਰਲ ਕਰਤਾ ਸਟੇਟਸ ਨੂੰ, ਕਿੰਨੀਆਂ ਨੂੰ, 6 ਪ੍ਰਾਂਤਾਂ ਨੂੰ, ਅਤੇ ਬਾਕੀ ਫੈਡਰਲ ਕੋਰਟ ਇਹ ਕਿੱਥੇ ਬਣੀ ਸੀ, ਦਿੱਲੀ ਦੇ ਵਿੱਚ 1937 1 ਅਕਤੂਬਰ ਨੂੰ, ਠੀਕ ਆ। ਤਾਂ ਇਹ ਆਪਾਂ ਪਹਿਲੇ ਕੁਐਸਚਨ ਦੇ ਵਿੱਚ ਹੀ ਸ਼ਾਇਦ ਆਈ ਥਿੰਕ ਦੂਜਾ ਹੋਊਗਾ, ਉਹਦੇ 'ਚ ਆਪਾਂ ਡਿਸਕਸ ਕਰਕੇ ਹਟੇ ਇਹਨੂੰ। ਤਾਂ ਇੱਕ ਇਹ ਵਾਲਾ ਕੰਮ ਹੋਇਆ ਸੀ। ਫਿਰ ਇਹ ਤੋਂ ਬਾਅਦ ਜਿਹੜੀ ਇੰਡੀਅਨ ਕਾਊਂਸਲ ਸੀ ਇਹਨੂੰ ਵੀ ਐਬੋਲਿਸ਼ ਕਰਤਾ ਇਹਨਾਂ ਨੇ, ਇੰਡੀਅਨ ਕਾਊਂਸਲ ਨੂੰ ਕੀ ਕਰਤਾ, ਐਬੋਲਿਸ਼ ਕਰਤਾ। ਫਿਰ ਫਰੈਂਚਾਈਜ਼ ਸੀਗਾ ਜਾਣੀ ਕਿ ਵੋਟਾਂ ਵਾਲਾ ਸਿਸਟਮ, ਉਹ ਵੀ ਸ਼ੁਰੂ ਕਰਤਾ। ਅਤੇ ਇੱਕ ਇਹਦੇ 'ਚ ਫੈਡਰਲ ਰੇਲਵੇ ਅਥਾਰਟੀ ਵੀ ਬਣਾਈ ਗਈ ਸੀ, ਠੀਕ ਆ। ਤਾਂ ਇੱਕ ਇਹਨਾਂ ਨੇ ਫੈਡਰਲ ਰੇਲਵੇ ਅਥਾਰਟੀ ਵੀ ਬਣਾਈ ਸੀ ਬੱਚੇ। ਔਰ ਹੋਰ ਕੀ ਸੀਗਾ ਇਹਦੇ ਵਿੱਚ ਇੰਪੋਰਟੈਂਟ ਸੀਗਾ ਜਿਹੜਾ ਇਹਦੇ 'ਚ ਰੀਆਰਗਨਾਈਜੇਸ਼ਨ ਹੋਈ। ਤਾਂ ਮੈਂ ਹੁਣ ਬੱਚੇ ਇਹਨੂੰ ਥੋੜ੍ਹਾ ਜਿਹਾ ਅਰੇਜ਼ ਕਰ ਰਿਹਾ ਇੱਥੋਂ, ਠੀਕ ਆ। ਤਾਂ ਤੁਸੀਂ ਇਹਨੂੰ ਨੋਟ ਕਰ ਲਿਆ ਹੋਊਗਾ, ਜਾਂ ਤੁਸੀਂ ਬੇਸਿਕ ਫੈਕਟ ਆ ਜਿੰਨੇ ਉਹਨਾਂ ਨੂੰ ਆਪਣੇ ਇੱਕ ਵਾਰ ਮਾਈਂਡ ਦੇ ਵਿੱਚੋਂ ਗੋ ਥਰੂ ਹੋ ਜਾਓ। ਤਾਂ ਬੱਚੇ ਤੁਹਾਨੂੰ ਇਹ ਚੀਜ਼ਾਂ ਦੇ ਵਿੱਚੋਂ ਕੁਐਸਚਨ ਦੇਖਣ ਨੂੰ ਮਿਲ ਜੂਗਾ ਜਿੰਨਾ ਕਿ ਟੌਪਿਕ ਦੇ ਵਿੱਚੋਂ ਆਪਾਂ ਕਰਵਾ ਰਹੇ ਹਾਂ। ਤਾਂ ਤਕਰੀਬਨ ਤੁਹਾਡਾ ਕੁਐਸਚਨ ਇਹਦੇ ਵਿੱਚੋਂ ਹੀ ਆਊਗਾ। ਤਾਂ ਠੀਕ ਆ, ਤਾਂ ਆਹ ਚੀਜ਼ ਹੋ ਗਈ। ਹੁਣ ਇਹਨੂੰ ਆਪਾਂ ਇੱਕ ਇਹਦੇ 'ਚ ਰੀਆਰਗਨਾਈਜੇਸ਼ਨ ਹੋਈ ਸੀ। ਹੁਣ ਰੀਆਰਗਨਾਈਜੇਸ਼ਨ ਇਹਦੇ 'ਚ ਕੀ ਹੋਈ ਸੀ, ਦੇਖੋ ਇਹਦੇ 'ਚ ਕੁਛ ਕੁ ਚੀਜ਼ਾਂ ਸੀਗੀਆਂ ਜਿਹੜੀਆਂ ਨੂੰ ਸੈਪਰੇਟ ਕੀਤਾ ਗਿਆ, ਜਿਵੇਂ ਕਿ ਸਿੰਧ ਕੱਢਤਾ ਬੰਬੇ 'ਚੋਂ, ਠੀਕ ਆ। ਅਤੇ ਇਸ ਤੋਂ ਬਾਅਦ ਹੋਰ ਇਹਨਾਂ ਨੇ ਕੀ ਕੀਤਾ, ਬਿਹਾਰ ਅਤੇ ਉੜੀਸਾ ਅਲੱਗ-ਅਲੱਗ ਕਰਤੇ। ਹੋਰ ਕੀ ਕਰਿਆ ਇਹਨਾਂ ਨੇ, ਜਿਹੜਾ ਬਰਮਾ ਸੀਗਾ ਮਿਆਂਮਾਰ, ਇਹਨੂੰ ਭਾਰਤ ਦੇ ਵਿੱਚੋਂ ਬਾਹਰ ਕੱਢਤਾ, ਠੀਕ ਆ। ਐਡਨ ਸੀਗਾ ਜਿਹੜਾ, ਇਹਨੂੰ ਅਲੱਗ ਕਲੋਨੀ ਬਣਾਤੀ। ਤਾਂ ਬੱਚੇ ਇਹ ਇੰਪੋਰਟੈਂਟ ਫੈਕਟ ਸੀ ਜਿਹੜੇ। ਬਾਕੀ RBI ਸੀਗੇ ਜਿਹੜੀ, ਉਹਦਾ ਫਾਰਮੇਸ਼ਨ ਹੋ ਗਿਆ ਸੀ ਆਪਣੇ। ਤਾਂ ਇਹ ਵਾਲੇ ਇੰਪੋਰਟੈਂਟ ਚੀਜ਼ਾਂ ਸੀਗੀਆਂ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਐਕਟ 1935 ਨੂੰ ਲੈ ਕੇ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਸੀ। ਉਮੀਦ ਕਰਦਾ ਵੀ ਤੁਹਾਨੂੰ ਇਹ ਵਾਲਾ ਟੌਪਿਕ ਵੀ ਬਿਲਕੁਲ ਕਲੀਅਰ ਹੋ ਗਿਆ ਹੋਊਗਾ। ਗਵਰਨਮੈਂਟ ਆਫ ਇੰਡੀਆ ਐਕਟ ਦੇ ਵਿੱਚੋਂ ਜਿੰਨੇ ਤੁਹਾਡੇ ਕੁਐਸਚਨ ਆਉਣਗੇ ਬੱਚੇ, ਤੁਸੀਂ ਹੁਣ ਆਸਾਨੀ ਦੇ ਨਾਲ ਟਿਕ ਕਰ ਸਕਦੇ ਹੋ। ਔਰ ਇਹ ਤੋਂ ਬਿਨਾਂ ਜਿਹੜੇ ਆਪਾਂ ਪਹਿਲਾਂ ਫੈਕਟ ਕਰਕੇ ਹਟੇ, ਆਈ ਥਿੰਕ ਤੁਹਾਨੂੰ ਉਹ ਵੀ ਬਿਲਕੁਲ ਕਲੀਅਰ ਹੋਣਗੇ। ਅਗਰ ਬੱਚੇ ਤੁਸੀਂ ਚੈਨਲ ਦੇ ਉੱਤੇ ਨਵੇਂ ਹੋ, ਜਿਹੜੇ ਬੱਚੇ ਤਾਂ ਵੀਡੀਓ ਲਾਈਕ ਨਹੀਂ ਕੀਤੀ, ਦੈਨ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ। ਅਗਲਾ ਕੁਐਸਚਨ ਦੇਖੋ ਬੱਚੇ, ਦ ਪਾਵਰ ਆਫ ਦਾ ਪ੍ਰੈਜ਼ੀਡੈਂਟ ਟੂ ਇਸ਼ੂ ਆਰਡੀਨੈਂਸ, ਮਤਲਬ ਕਿ ਪ੍ਰੈਜ਼ੀਡੈਂਟ ਸਾਹਿਬ ਜਾਣੀ ਕਿ ਰਾਸ਼ਟਰਪਤੀ ਜੀ, ਉਹਨਾਂ ਨੂੰ ਆਰਡੀਨੈਂਸ ਅਧਿਆਦੇਸ਼ ਦੀਆਂ ਮਤਲਬ ਕਿ ਪਾਵਰਾਂ ਮਿਲਦੀਆਂ ਨੇ, ਠੀਕ ਆ। ਤਾਂ ਇਹ ਵਾਲੀਆਂ ਕਿਹੜੇ ਐਕਟ ਦੇ ਥਰੂ ਸੀਗੀਆਂ ਜਿਹੜੀਆਂ ਉਹ ਆਈਆਂ ਨੇ, ਠੀਕ ਆ। ਤਾਂ ਇਹਦੇ 'ਚੋਂ ਬੱਚੇ ਤੁਹਾਡਾ ਚੌਥਾ ਇਹ ਵਾਲਾ ਕੁਐਸਚਨ ਆ। ਔਰ ਇਹਦਾ ਜਿਹੜਾ ਕਰੈਕਟ ਆਨਸਰ ਆ ਉਹ ਕੀ ਆ, ਤੁਸੀਂ ਵੀ ਇੱਕ ਤਾਂ ਹੈਗਾ ਚਾਰਟਰ ਐਕਟ 1813 84 ਦਾ ਤਾਂ ਇਹ ਵਾਲਾ ਹੈ ਨਹੀਂ, ਅਤੇ ਗਵਰਨਮੈਂਟ ਆਫ ਇੰਡੀਆ ਐਕਟ 1919, ਗਵਰਨਮੈਂਟ ਆਫ ਇੰਡੀਆ ਐਕਟ 1935, ਅਤੇ ਚੌਥਾ ਆਪਾਂ ਕਰ ਚੁੱਕੇ ਹਾਂ ਬੱਚੇ। ਚੌਥਾ ਹੈ ਨਹੀਂ ਆ, ਅਤੇ ਦੂਸਰਾ ਵੀ ਹੈ ਨਹੀਂ ਆ, ਤੀਸਰਾ ਵੀ ਹੈ ਨਹੀਂ, ਸੌਰੀ ਪਹਿਲਾ ਹੈ ਨਹੀਂ। ਤਾਂ ਇਹਦਾ ਜਿਹੜਾ ਕਰੈਕਟ ਆਨਸਰ ਆ ਤੁਹਾਡੇ ਕੋਲ, ਸੌਰੀ ਬੱਚੇ, ਇਹਦਾ ਕਰੈਕਟ ਆਨਸਰ ਡੀ ਹੋਈ ਆ, ਗਵਰਨਮੈਂਟ ਆਫ ਇੰਡੀਆ ਐਕਟ 1935 ਆ, ਅਤੇ ਗਲਤ ਹੋ ਗਿਆ ਥੋੜ੍ਹਾ ਜਿਹਾ। ਤਾਂ ਇਹਦਾ ਕਰੈਕਟ ਆਨਸਰ ਕੀ ਹੈ, ਗਵਰਨਮੈਂਟ ਆਫ ਇੰਡੀਆ ਐਕਟ 1935 ਬਿਲਕੁਲ ਕਰੈਕਟ ਆਨਸਰ ਆ। ਅਤੇ ਗਵਰਨਮੈਂਟ ਆਫ ਇੰਡੀਆ ਐਕਟ 1919 ਵੀ ਹੈ ਨਹੀਂ, ਠੀਕ ਆ। ਤਾਂ ਇਹਦਾ ਜਿਹੜਾ ਕਰੈਕਟ ਆਨਸਰ ਆ ਗਵਰਨਮੈਂਟ ਆਫ ਇੰਡੀਆ ਐਕਟ 1900, ਕਲੀਅਰ। ਤਾਂ ਹੁਣ ਦੇਖੋ ਬੱਚੇ, ਇਹਦੇ 'ਚ ਹੁਣ ਜੇ ਆਪਾਂ ਗੱਲ ਕਰੀਏ ਵੀ ਆਰਡੀਨੈਂਸ ਦੀ ਪਾਵਰ ਆਪਣੇ ਹੁਣ ਕਿੰਨੇ 'ਚ, ਆਰਟੀਕਲ 123 ਆਪਣੇ ਭਾਰਤੀ ਸੰਵਿਧਾਨ ਦੇ ਵਿੱਚ ਆਰਡੀਨੈਂਸ ਰਾਸ਼ਟਰਪਤੀ ਪਾਸ ਕਰ ਸਕਦੇ ਆ ਜਦੋਂ ਸੈਸ਼ਨ ਨਾ ਚੱਲਦਾ ਹੋਵੇ, ਠੀਕ ਆ। ਔਰ ਕੋਈ ਮਤਲਬ ਕਿ ਪਬਲਿਕ ਇੰਟਰਸਟ ਦੇ ਵਿੱਚ ਕੋਈ ਮੁੱਦਾ ਲੈ ਕੇ ਆਉਣਾ, ਅਤੇ ਕੋਈ ਐਕਟ ਜਾਂ ਫਿਰ ਕੋਈ ਵੀ ਰੂਲ ਰੈਗੂਲੇਸ਼ਨ ਲੈ ਕੇ ਆਉਣੀਆਂ ਨੇ, ਦੈਨ ਰਾਸ਼ਟਰਪਤੀ ਆਰਡੀਨੈਂਸ ਜਾਰੀ ਕਰ ਸਕਦਾ। ਬਟ ਉਹਨੂੰ 6 ਮਹੀਨਿਆਂ ਦੇ ਵਿੱਚ, ਕਿਉਂਕਿ ਇੱਕ ਸੈਸ਼ਨ ਤੋਂ ਦੂਸਰੇ ਸੈਸ਼ਨ ਦੇ ਦੌਰਾਨ 6 ਮਹੀਨੇ ਤੋਂ ਜ਼ਿਆਦਾ ਸਮਾਂ ਦਾ ਨਹੀਂ ਹੋਣਾ ਚਾਹੀਦਾ, ਤਾਂ ਕਰਕੇ ਇੱਕ ਸਾਲ ਦੇ ਵਿੱਚ ਮਿਨੀਮਮ 2 ਸੈਸ਼ਨ ਸੰਸਦ ਦੇ ਹੋਣੇ ਲਾਜ਼ਮੀ ਹੁੰਦੇ ਆ। ਤਾਂ 6 ਮਹੀਨੇ ਦੇ ਸਮੇਂ ਦੇ ਵਿੱਚ ਉਹਨੂੰ ਪਾਸ ਕਰਾਉਣਾ ਹੁੰਦਾ ਜਦੋਂ ਸੈਸ਼ਨ ਚੱਲ ਪਿਆ, ਠੀਕ ਆ। ਅਤੇ ਆਹ ਬਾਕੀ ਹੁਣ ਤੁਹਾਡੇ ਸਾਹਮਣੇ ਬੱਚੇ ਕਲੀਅਰ ਆ ਆਰਡੀਨੈਂਸ ਪਾਵਰ ਦੇ ਬਾਰੇ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਗਵਰਨਮੈਂਟ ਆਫ ਇੰਡੀਆ ਐਕਟ 1919, ਅਤੇ ਹੁਣ ਇਹ 1919 ਦੇ ਵਾਲੇ ਬਾਰੇ ਥੋੜ੍ਹੇ ਜਿਹੇ ਫੈਕਟ ਇੱਥੇ ਆਪਾਂ ਹੋਰ ਦੇਖ ਲੈਂਦੇ ਹਾਂ ਬੱਚੇ। ਦੇਖੋ ਇਹਦੇ ਨਾਲ
ਭਾਰਤੀ ਲੈਜਿਸਲੇਚਰ ਜਿਹੜੀ ਪਹਿਲੀ ਉਹ ਬਾਈਕੈਮਰਲ ਕੀਤੀ ਗਈ ਸੀ। ਤਾਂ ਇਹਦੇ 'ਚ ਦੇਖੋ ਬੱਚੇ ਅਪਰ ਹਾਊਸ ਸੀਗਾ ਜਿਹੜਾ ਅਪਰ ਹਾਊਸ, ਇਹਨੂੰ ਇਹ ਕੀ ਕਹਿੰਦੇ ਸੀ, ਕਾਉਂਸਲ ਆਫ ਸਟੇਟਸ। ਹੁਣ ਜਿਹੜੀ ਜਿਹਨੂੰ ਆਪਾਂ ਹੁਣ ਮਤਲਬ ਕਿ ਰਾਜ ਸਭਾ ਕਹਿ ਦਿੰਦੇ ਹਾਂ, ਤਾਂ ਇਹਦੇ 'ਚ ਕਿੰਨੇ ਸੀਗੇ, ਇਹ ਕਿੰਨੇ ਦੀ ਸੀ, 60 ਮੈਂਬਰਾਂ ਦੀ ਹੁੰਦੀ ਸੀ, ਔਰ ਇਹਦੇ ਵਿੱਚੋਂ ਵੀ 34 ਸੀਗੇ ਜਿਹੜੇ ਉਹ ਇਲੈਕਟਡ ਹੁੰਦੇ ਸੀ, ਬਾਕੀ ਨੋਮੀਨੇਟ। ਅਤੇ ਜਿਹੜਾ ਇਹਨਾਂ ਦਾ ਲੋਅਰ ਹਾਊਸ ਹੁੰਦਾ ਸੀ ਉਹਨੂੰ ਇਹ ਕੀ ਕਹਿੰਦੇ ਸੀ, ਲੈਜਿਸਲੇਟਿਵ ਅਸੈਂਬਲੀ। ਉਹਨੂੰ ਕੀ ਕਿਹਾ ਜਾਂਦਾ ਸੀ, ਲੈਜਿਸਲੇਟਿਵ ਅਸੈਂਬਲੀ। ਤਾਂ ਬੱਚੇ ਇਹਦੇ 'ਚ 114 ਮੈਂਬਰ ਹੁੰਦੇ ਸੀ, ਔਰ ਇਹਦੇ ਵਿੱਚੋਂ ਜਿਹੜੇ ਸੀਗੇ 114 ਮੈਂਬਰ ਹੁੰਦੇ ਸੀ, 104 ਇਹਦੇ ਵਿੱਚੋਂ ਇਲੈਕਟਡ ਮੈਂਬਰ ਹੁੰਦੇ ਸੀ, ਬਾਕੀ ਇਹਦੇ 'ਚ ਵੀ ਨੋਮੀਨੇਟਡ ਜਾਂ ਹੁੰਦੇ ਮੈਂਬਰ ਹੁੰਦੇ ਸੀ। ਤਾਂ ਇਹਦੇ ਬਾਰੇ ਬੱਚੇ ਤੁਸੀਂ ਬਸ ਇੰਨਾ ਫੈਕਟ ਹੀ ਕਰਨਾ। ਇਸ ਤੋਂ ਬਾਅਦ ਅਗਲਾ ਕੁਐਸਚਨ ਦੇਖੋ, ਦ ਕੰਸੈਪਟ ਆਫ ਅ ਯੂਨੀਅਨ ਆਫ ਸਟੇਟਸ ਇਨ ਦ ਇੰਡੀਅਨ ਕੌਂਸਟੀਟਿਊਸ਼ਨ ਹੈਜ਼ ਬੀਨ ਡਰਾਈਵਡ ਫਰੋਮ। ਜਿਹੜਾ ਕਿ ਯੂਨੀਅਨ ਆਫ ਸਟੇਟਸ ਇਨ ਦਾ ਮਤਲਬ ਆਪਣੇ ਸੰਵਿਧਾਨ ਦੇ ਵਿੱਚ ਯੂਨੀਅਨ ਆਫ ਸਟੇਟਸ ਇਨ ਦਾ ਕੌਂਸਟੀਟਿਊਸ਼ਨ, ਤਾਂ ਅਸੀਂ ਇਹ ਕਿੱਥੋਂ ਲਿਆ ਗਿਆ, ਠੀਕ ਆ। ਤਾਂ ਇਹਦਾ ਬੱਚੇ ਜਿਹੜਾ ਕਰੈਕਟ ਆਨਸਰ ਆ ਇਹ ਹੈਗਾ ਦ ਬ੍ਰਿਟਸ ਨਾਰਥ ਅਮਰੀਕਾ ਐਕਟ। ਤਾਂ ਆਹ ਵਾਲਾ ਇਹਦਾ ਬਿਲਕੁਲ ਸੀ ਆਪਸ਼ਨ ਜਿਹੜੀ ਉਹ ਕਰੈਕਟ ਆਨਸਰ ਆ। ਕਲੀਅਰ। ਤਾਂ ਹੁਣ ਇਹ ਕੁਐਸਚਨ ਦੇ ਨਾਲ ਆਪਾਂ ਬੱਚੇ ਥੋੜ੍ਹਾ ਜਿਹਾ ਫੈਕਟ ਦੇਖ ਲੈਂਦੇ ਹਾਂ। ਇਹ ਵਾਲਾ ਕਦੋਂ ਦਾ, ਇਹ 1867 ਦਾ, ਇਹ ਦ ਬ੍ਰਿਟਸ ਨਾਰਥ ਅਮਰੀਕਾ ਐਕਟ ਸੀਗਾ, 1867 ਦੇ ਵਿੱਚ ਹੋਇਆ ਸੀਗਾ। ਤਾਂ ਹੁਣ ਆਪਾਂ ਆਪਣਾ ਸੰਵਿਧਾਨ ਇਹਦੇ ਬਾਰੇ ਕੀ ਕਹਿੰਦਾ, ਆਰਟੀਕਲ 1 ਅਤੇ ਇਹਦਾ ਕਲੌਜ਼ 1 ਕੀ ਕਹਿੰਦਾ, ਇੰਡੀਆ, ਕਿਉਂਕਿ ਇਹ ਬੜਾ ਕੁਐਸਚਨ ਬਣਦਾ ਬੱਚਿਆ, ਲਾਈਨ ਨੂੰ ਧਿਆਨ ਨਾਲ ਸੁਣਿਓ, ਇੰਡੀਆ ਦੈਟ ਇਜ਼ ਭਾਰਤ। ਦੇਖੋ ਆਹ ਭਾਰਤ ਦਾ ਇੱਕ ਪਹਿਲਾ ਨਾਮ ਹੋ ਗਿਆ, ਆਹ ਦੂਸਰਾ ਨਾਮ ਹੋ ਗਿਆ। ਸੰਵਿਧਾਨ ਦੇ ਵਿੱਚ ਭਾਰਤ ਦੇ ਕਿਹੜੇ ਕਿਹੜੇ ਨਾਮ ਨੇ, ਇਹ MCQ ਵੀ ਆਪਾਂ ਪਹਿਲਾਂ ਕਲਾਸ ਦੇ ਵਿੱਚ ਇੱਕ ਵਾਰ ਡਿਸਕਸ ਕੀਤਾ ਹੋਇਆ ਕਿ ਭਾਰਤ ਦੇ ਕਿਹੜੇ ਕਿਹੜੇ ਨਾਮ ਨੇ ਜਿਹੜੇ ਆਪਣੇ ਸੰਵਿਧਾਨ ਦੇ ਵਿੱਚ ਨੇ। ਇੰਡੀਆ ਦੈਟ ਇਜ਼ ਭਾਰਤ, ਇੱਕ ਤਾਂ ਇੰਡੀਆ ਹੋ ਗਿਆ, ਕਿਉਂਕਿ ਬਾਹਰਲੇ ਕੰਟਰੀਜ਼ ਦੇ ਨਾਲ ਜਿਹੜੀਆਂ ਟ੍ਰੀਟੀਜ਼ ਵਗੈਰਾ ਕੀਤੀਆਂ ਹੋਈਆਂ ਨੇ ਉਹ ਅਸੀਂ ਇਹੀ ਨਾਮ ਦੇ ਨਾਲ ਕੀਤੀਆਂ ਹੋਈਆਂ ਨੇ। ਔਰ ਭਾਰਤ ਆਪਣਾ ਟ੍ਰੈਡੀਸ਼ਨਲ ਨੇਮ ਆ, ਜਾਣੀ ਕਿ ਪਰੰਪਰਾਵਾਦੀ ਜਿਹੜਾ ਆਪਣਾ ਪੁਰਾਣੇ ਤੋਂ ਚੱਲਿਆ ਆ ਰਿਹਾ ਆਪਣੇ ਮਾਨਿਅਤਾਵਾਂ ਅਨੁਸਾਰ, ਉਹ ਵਾਲਾ ਨੇਮ ਭਾਰਤ ਆ। ਅਤੇ ਇੰਡੀਆ ਆਪਣਾ ਬਾਹਰਲੀ ਕੰਟਰੀ ਨਾਲ ਟ੍ਰੀਟੀਆਂ ਹੋਈਆਂ। ਸੋ ਇੰਡੀਆ ਦੈਟ ਇਜ਼ ਭਾਰਤ ਦੋ ਨਾਮ ਨੇ ਜਿਹੜੇ ਉਹ ਆਪਣੇ ਕੌਂਸਟੀਟਿਊਸ਼ਨ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਮੈਂਸ਼ਨ ਹੈਗੇ ਨੇ। ਤਾਂ ਇਹਦੇ ਨਾਲ ਹੀ ਬੱਚੇ ਦੇਖੋ ਆਪਾਂ ਸ਼ੁਰੂ ਕਰ ਲੈਂਦੇ ਹਾਂ ਪ੍ਰੈਂਬਲ ਦੇ ਬਾਰੇ ਦੋ ਚਾਰ ਗੱਲਾਂ। ਹੁਣ ਜੇ ਪ੍ਰੈਂਬਲ ਦੇ ਬਾਰੇ ਗੱਲ ਕਰੀਏ ਬੱਚੇ, ਤਾਂ ਪ੍ਰੈਂਬਲ ਅਸੀਂ ਕਿੱਥੋਂ ਲਿਆ, ਇਹ ਹੈਗਾ ਸੋਰਸ ਇਹਦਾ ਵੈਸੇ USA ਆ, ਠੀਕ ਆ। ਪ੍ਰੈਂਬਲ ਅਸੀਂ USA ਤੋਂ ਲਿਆ, ਪਰ ਜੇ ਤੁਹਾਨੂੰ ਆ ਜਾਏ ਵੀ ਇਹਦੀ ਜਿਹੜੀ ਭਾਸ਼ਾ ਹੈਗੀ, ਭਾਸ਼ਾ ਪ੍ਰੈਂਬਲ ਦੀ ਕਿਹੜੀ ਆ, ਇਹ ਬੱਚੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਪ੍ਰੈਂਬਲ ਦੀ ਆਪਣੇ ਦੀ ਲੈਂਗੁਏਜ ਕਿੱਥੋਂ ਦੀ ਆ। ਤਾਂ ਇਹ ਵੀ ਵੈਸੇ ਆਪਾਂ ਪਹਿਲਾਂ ਕੀਤਾ ਹੋਇਆ ਕੁਐਸਚਨ ਆ, ਸੋ ਤਾਂ ਹੀ ਤੁਹਾਨੂੰ ਪੁੱਛਿਆ ਗਿਆ। ਔਰ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਬੱਚੇ ਜੁਡੀਸ਼ੀਅਲ ਰਿਵਿਊ ਦੀ। ਇਹੀ ਆਪਣਾ ਪੰਜਵੇਂ ਕੁਐਸਚਨ ਦੇ ਨਾਲ ਹੀ ਬੱਚੇ ਰਿਲੇਟਡ ਚੀਜ਼ ਕਰ ਰਹੇ ਆਪਾਂ। ਜੁਡੀਸ਼ੀਅਲ ਰਿਵਿਊ ਦੀ ਗੱਲ ਕਰੀਏ ਤਾਂ ਇਹ ਵਾਲਾ ਕਿੱਥੋਂ ਸਟਾਰਟ ਹੋਇਆ ਸੀ, ਇਹ ਵੀ ਅਸੀਂ ਅਡੋਪਟ ਵੈਸੇ ਕੀਤਾ USA ਤੋਂ, ਕਿਉਂਕਿ ਆਪਾਂ ਪ੍ਰੈਂਬਲ USA ਤੋਂ ਲਿਆ, ਤਾਂ ਕਰਕੇ USA ਤੋਂ ਇਹ ਚੀਜ਼ ਲਈ ਆਪਾਂ ਇੱਥੇ ਇਹਨੂੰ ਰੱਖ ਲਿਆ ਤੁਹਾਡੇ ਨਾਲ ਡਿਸਕਸ ਕਰਨ ਦੇ ਲਈ। ਤਾਂ USA ਦੇ ਵਿੱਚ ਵੀ ਇਹ ਕਦੋਂ ਤੋਂ ਸਟਾਰਟ ਹੋਇਆ ਸੀ, 1803 ਦੇ ਵਿੱਚ ਇੱਕ ਕੇਸ ਆਇਆ USA ਦੇ ਵਿੱਚ। ਫਸਟ ਕੇਸ ਸੀਗਾ ਜਿਹੜਾ ਮਰਬਰੀ ਵਰਸਸ ਮੈਡੀਸਨ। ਤਾਂ ਇਹ ਕੇਸ ਆਇਆ ਸੀ, ਇਹਦੇ 'ਚ ਫੈਸਲਾ ਦੇਣ ਵਾਲੇ ਜੱਜ ਸੀਗੇ ਸਰ ਜੌਹਨ ਮਾਰਸ਼ਲ। ਤਾਂ ਉਹਨਾਂ ਨੇ ਕਿਹਾ ਸੀ, ਔਰ ਆਪਣੇ ਭਾਰਤ ਦੇ ਵਿੱਚ ਜਿਹੜਾ ਜੁਡੀਸ਼ੀਅਲ ਰਿਵਿਊ ਆ ਇਹਨੂੰ ਸੁਪਰੀਮ ਕੋਰਟ ਨੇ ਬੇਸਿਕ ਸਟਰਕਚਰ ਦੇ ਵਿੱਚ ਰੱਖਿਆ ਹੋਇਆ, ਠੀਕ ਆ। ਔਰ ਆਪਣਾ ਜਿਹੜਾ ਭਾਰਤੀ ਸੰਵਿਧਾਨ ਆ ਉਹ ਨੇਚਰ ਦੇ ਅਕੋਰਡਿੰਗਲੀ, ਭਾਰਤੀ ਸੰਵਿਧਾਨ ਨੇਚਰ ਦੇ ਅਕੋਰਡਿੰਗਲੀ ਕੀ ਆ, ਫੈਡਰਲਿਜ਼ਮ ਆ, ਜਾਣੀ ਕਿ ਇਹ ਅਸੀਂ ਕਿੱਥੋਂ ਲਿਆ, ਕੈਨੇਡਾ ਤੋਂ ਲਿਆ ਗਾ। ਔਰ ਜੇ ਜੁਡੀਸ਼ੀਅਲ ਰਿਵਿਊ ਦੀ ਪਾਵਰ ਦੀ ਗੱਲ ਕਰੀਏ, ਇਹ ਕਿਹਦੇ ਕੋਲ ਹੁੰਦੀ ਹੈ, ਸੁਪਰੀਮ ਕੋਰਟ ਐਂਡ ਹਾਈ ਕੋਰਟ ਕੋਲ ਹੁੰਦੀ ਹੈ, ਨਾ ਕਿ ਡਿਸਟ੍ਰਿਕਟ ਕੋਰਟ ਕੋਲ ਹੁੰਦੀ ਆ। ਤਾਂ ਬੱਚੇ ਜੁਡੀਸ਼ੀਅਲ ਰਿਵਿਊ ਦੇ ਬਾਰੇ ਵੀ ਇੰਨੇ ਕੁ ਫੈਕਟ ਆ ਜਿਹੜੇ ਆਈ ਥਿੰਕ ਤੁਹਾਨੂੰ ਕਲੀਅਰ ਹੋਣਗੇ। ਔਰ ਜਿਹੜਾ ਤੁਹਾਨੂੰ ਆਹ ਵਾਲਾ ਕੁਐਸਚਨ ਮੈਂ ਪੁੱਟ ਕੀਤਾ ਸੀ ਕਿ ਇਹਦੇ 'ਚ ਤੁਸੀਂ ਦੱਸਣਾ ਕਿ ਆਪਣੇ ਭਾਰਤੀ ਜਿਹੜਾ ਆਪਾਂ ਪ੍ਰੈਂਬਲ ਆ ਇਹਨੂੰ ਅਸੀਂ ਕਿੱਥੋਂ ਲਿਆ ਗਾ, USA ਤੋਂ ਅਡੋਪਟ ਕਰਿਆ। ਔਰ ਇਹਦੀ ਜਿਹੜੀ ਭਾਸ਼ਾ ਹੈਗੀ, ਤਾਂ ਭਾਸ਼ਾ ਤੁਸੀਂ ਕਮੈਂਟ ਕਰਕੇ ਦੱਸਣੀ ਆ ਕਿ ਕਿਹੜੀ ਭਾਸ਼ਾ ਪ੍ਰੈਂਬਲ ਦੇ ਨਾਲ ਅਸੀਂ ਮਤਲਬ ਕਿ ਕਿੱਥੋਂ ਦੀ ਭਾਸ਼ਾ ਅਡੋਪਟ ਕੀਤੀ ਹੋਈ ਆ। ਤਾਂ ਸੇਮਾ ਕੁਐਸਚਨ ਬੱਚੇ ਸ਼ਡਿਊਲਸ ਨੂੰ ਲੈ ਕੇ ਆ, ਦਾ ਨੰਬਰ ਆਫ ਸ਼ਡਿਊਲਸ ਇਨ ਦਾ ਕੌਂਸਟੀਟਿਊਸ਼ਨ ਨੋ। ਤਾਂ ਹੁਣ ਕੌਂਸਟੀਟਿਊਸ਼ਨ ਦੇ ਵਿੱਚ ਬੱਚੇ ਦੇਖੋ, ਜੇ ਓਰੀਜਨਲ ਟਾਈਮ 'ਤੇ ਆ ਜੇ, ਜੇ ਤੁਹਾਨੂੰ ਇਹਦੇ 'ਚ 12 ਨਾ ਹੀ ਹੁੰਦਾ ਫਿਰ ਆਪਾਂ ਕਰੈਕਟ ਆਨਸਰ 8 ਨੂੰ ਲਾਉਂਦੇ, ਬਟ ਹੁਣ ਇਹਨਾਂ ਨੇ ਸਪੈਸ਼ਲ 9 ਲਿਖਿਆ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਹੁਣ ਕਰੰਟਲੀ ਇਹਦੇ 'ਚ ਆਪਣੇ ਜਿਹੜੇ ਸ਼ਡਿਊਲ ਨੇ ਉਹ ਗਿਣਤੀ ਵਧਾਈ ਗਈ ਸੀ। ਹੁਣ ਕਰੰਟਲੀ ਸ਼ਡਿਊਲ ਸਾਡੇ ਕਿੰਨੇ ਨੇ ਸੰਵਿਧਾਨ ਦੇ ਵਿੱਚ, 12 ਸ਼ਡਿਊਲ ਇਹਦਾ ਕਰੈਕਟ ਆਨਸਰ ਆ।
ਤੇ ਸਟਾਰਟਿੰਗ ਦੇ ਵਿੱਚ 8 ਸੀਗੇ ਔਰ 4 ਸੀਗੇ ਜਿਹੜੇ ਇਹ ਨਿਊਲੀ ਐਡਡ ਨੇ 4। ਤਾਂ ਬੱਚੇ ਦੇਖੋ ਜਿਹੜਾ ਤਾਂ ਹੈਗਾ ਸੀ 9ਵਾਂ ਸ਼ਡਿਊਲ, ਠੀਕ ਆ, ਇਹ ਕਿਹੜੀ ਅਮੈਂਡਮੈਂਟ ਦੇ ਨਾਲ ਜਮ੍ਹਾਂ ਬਿਲਕੁਲ ਫਸਟ ਅਮੈਂਡਮੈਂਟ ਹੋਈ ਸੀ 1951 ਦੇ ਵਿੱਚ। ਤਾਂ ਉਦੋਂ ਇਹ ਕੀ ਕੀਤਾ ਗਿਆ, ਸਰਕਾਰ ਦਾ ਇਹ ਮਤਲਬ ਕਿ ਸੀਗਾ ਜਿਹੜਾ ਕੁਛ 9ਵੀਂ ਸ਼ਡਿਊਲ ਦੇ ਵਿੱਚ 9ਵੀਂ ਅਨੁਸੂਚੀ ਦੇ ਵਿੱਚ ਪਾਤਾ ਤਾਂ ਉਹਨੂੰ ਸੁਪਰੀਮ ਕੋਰਟ ਦੇ ਦਾਇਰੇ ਤੋਂ ਬਾਹਰ ਰੱਖਿਆ ਜਾਊਗਾ, ਚਾਹੇ ਉਹ ਫੰਡਾਮੈਂਟ ਦੇ ਅਗੇਂਸਟ ਆ ਚਾਹੇ ਨਾ, ਬਟ ਉਹ ਮਤਲਬ ਕਿ ਸੁਪਰੀਮ ਕੋਰਟ ਦੇ ਵਿੱਚੋਂ ਉਹਦੇ 'ਚੋਂ ਬਾਹਰ ਹੋਊਗਾ। ਤਾਂ ਕਰਕੇ ਇਹਦੇ 'ਚ ਇਹ ਚੀਜ਼ ਜਿਹੜੀ ਇਹ ਰੱਖ ਦਿੰਦੇ ਸੀ। ਪਹਿਲਾਂ ਇਹਦੇ ਨਾਲ ਜੋੜਿਆ ਗਿਆ 1951 ਦੇ ਵਿੱਚ, ਇਹਨੂੰ ਲੈਂਡ ਜਾਂ ਲੈਂਡ ਟੈਕਸ ਦੇ ਰੇਲਵੇ ਇਹਨਾਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਇਸ ਤੋਂ ਬਾਅਦ ਅਗਲਾ ਸ਼ਡਿਊਲ 10ਵਾਂ, ਤਾਂ ਇਹਨੂੰ ਬੱਚੇ ਜੋੜਿਆ ਗਿਆ ਸੀ 52ਵੀਂ ਅਮੈਂਡਮੈਂਟ ਨੇ ਜਿਹੜੀਆਂ, ਇਹਨਾਂ ਨੂੰ ਤੁਸੀਂ ਸਪੈਸ਼ਲ ਇੱਕ ਅਲੱਗ ਚੀਜ਼ 'ਤੇ ਲਿਖ ਲਿਓ ਕਿਉਂਕਿ ਇਹ ਪੇਪਰ ਦੇ ਵਿੱਚ ਅਮੈਂਡਮੈਂਟਸ ਵੀ ਪੁੱਛੀਆਂ ਜਾਂਦੀਆਂ। ਤਾਂ ਇਹ 1985 ਦੇ ਵਿੱਚ ਹੋਇਆ ਸੀ। ਔਰ 10ਵੇਂ ਸ਼ਡਿਊਲ ਦੇ ਵਿੱਚ ਕੀ ਆ, ਐਂਟੀ ਡਿਫੈਕਸ਼ਨ ਲਾਅ, ਯਾਨੀ ਕਿ ਜਿਹੜਾ ਦਲ ਬਦਲਣ ਦੇ ਉੱਤੇ ਪਾਰਟੀ ਦਲ ਬਦਲਦੀ ਆ ਦੈਨ ਉਹਦੇ ਉੱਤੇ ਜਿਹੜਾ ਕੁਛ ਲੱਗਦਾ ਉਹ ਐਂਟੀ ਡਿਫੈਕਸ਼ਨ ਲਾਅ ਵਾਲੇ ਨਾਲ ਹੀ ਇੰਪਲੀਮੈਂਟ ਹੁੰਦਾ। ਸੋ ਇਹ ਚੀਜ਼ ਕਲੀਅਰ ਆ। ਹੁਣ ਜਿਹੜਾ ਆਪਣਾ 11ਵਾਂ ਸ਼ਡਿਊਲ ਆ ਇਹ ਬੱਚੇ ਆਪਾਂ 73ਵੀਂ ਸੋਧ ਨਾਲ ਹੋਇਆ ਸੀ 1992, ਅਤੇ ਜਿਹੜਾ 12ਵਾਂ ਸ਼ਡਿਊਲ ਸੀ ਇਹ 74ਵੀਂ ਅਮੈਂਡਮੈਂਟ ਹੋਈ ਸੀ, ਇਹ ਵੀ 1992। ਅਤੇ ਆਹ ਵਾਲੀ ਆਪਣੀ ਪੰਚਾਇਤਾਂ ਨਾਲ ਆਹ ਸ਼ਹਿਰਾਂ ਨਾਲ ਡੀਲ ਕਰਦੀ ਆ। ਅਤੇ ਇਹ ਦੋਨੋਂ ਚੀਜ਼ਾਂ ਤੁਹਾਨੂੰ ਕਲੀਅਰ ਹੈਗੀਆਂ ਨੇ। ਇਸ ਤੋਂ ਬਾਅਦ ਆਹ 9ਵੇਂ ਸ਼ਡਿਊਲ ਨੂੰ ਲੈ ਕੇ ਇੱਕ ਸੁਪਰੀਮ ਕੋਰਟ ਦਾ ਫੈਸਲਾ ਵੀ ਆਇਆ ਹੋਇਆ 2007 ਦੇ ਵਿੱਚ। ਸੁਪਰੀਮ ਕੋਰਟ ਨੇ ਕਿਹਾ, ਕੀ ਕਿਹਾ, ਤਾਂ ਉਹਦੇ 'ਚ ਸੁਪਰੀਮ ਕੋਰਟ ਨੇ ਕਿਹਾ ਕਿ 24 ਅਪ੍ਰੈਲ 1973 ਤੋਂ ਬਾਅਦ ਜੋ ਵੀ ਕੁਝ 9ਵੇਂ ਸ਼ਡਿਊਲ ਦੇ ਵਿੱਚ ਆਊਗਾ, ਠੀਕ ਆ, 9ਵੀਂ ਅਨੁਸੂਚੀ ਦੇ ਵਿੱਚ ਪਾਇਆ ਜਾਊਗਾ, ਉਹ ਸਾਰਾ ਕੁਛ ਜੁਡੀਸ਼ੀਅਲ ਰਿਵਿਊ ਦੇ ਵਿੱਚ ਹੋਊਗਾ, ਠੀਕ ਆ। ਜਿਵੇਂ ਕਿ ਪਹਿਲਾਂ ਉਹਨਾਂ ਨੇ ਕਿਹਾ ਸੀ ਨਾ ਕਿ ਜਿਹੜਾ ਉਹਨਾਂ ਨੇ ਕੁਛ ਚੱਕ ਕੇ 9ਵੇਂ ਸ਼ਡਿਊਲ ਦੇ ਵਿੱਚ ਰੱਖਤਾ ਮਤਲਬ ਕੋਈ ਬਾਹਰ ਹੋਊਗਾ, ਤਾਂ 2007 ਦੇ ਵਿੱਚ ਸੁਪਰੀਮ ਕੋਰਟ ਨੇ ਕਲੀਅਰ ਕਰਤਾ ਕਿ ਉਹ ਸਾਡੇ ਇਹਦੇ 'ਚ ਹੋਊਗਾ। ਤਾਂ ਹੁਣ ਜੇ ਆਪਾਂ ਸ਼ਡਿਊਲ ਦੀ ਗੱਲ ਕਰੀਏ ਨਾਲ ਹੀ ਇਹ ਕੁਐਸਚਨ ਦੇ ਨਾਲ ਆਪਾਂ ਗੱਲ ਕਰ ਲੈਂਦੇ ਹਾਂ ਸੰਵਿਧਾਨ ਦੇ ਪਾਰਟਸ ਦੀ। ਜਦੋਂ ਸੰਵਿਧਾਨ ਆਪਣਾ ਬਣਿਆ ਉਦੋਂ ਕਿੰਨੇ ਪਾਰਟ ਸੀਗੇ, ਇਹਦੇ ਵਿੱਚ 22 ਸੀਗੇ, ਠੀਕ ਆ। ਤਾਂ ਹੁਣ ਇਹਦੇ 'ਚੋਂ ਇੰਪੋਰਟੈਂਟ ਪਾਰਟ ਦੇਖ ਲੈਂਦੇ ਹਾਂ। ਜੇ 5ਵੇਂ ਪਾਰਟ ਦੀ ਗੱਲ ਕਰੀਏ ਤਾਂ ਇਹਦੇ 'ਚ ਕੀ ਆ, ਯੂਨੀਅਨ ਗਵਰਨਮੈਂਟ ਕਹਿ ਲਓ, ਹਾਂ ਯੂਨੀਅਨ ਗਵਰਨਮੈਂਟ ਬੱਚੇ ਜਾਂ ਸੈਂਟਰਲ ਗਵਰਨਮੈਂਟ ਆ। ਔਰ ਜੇ ਪਾਰਟ 6 ਦੀ ਗੱਲ ਕਰੀਏ ਆਪਾਂ, ਪਾਰਟ 6 ਦੇ ਵਿੱਚ ਕੀ ਆ, ਸਟੇਟ ਗਵਰਨਮੈਂਟ ਆ। ਇੰਪੋਰਟੈਂਟ ਹੀ ਦੱਸ ਰਿਹਾ ਮੈਂ ਤੁਹਾਨੂੰ ਬੱਚੇ। ਅਤੇ ਜਿਹੜਾ ਪਾਰਟ 9 ਆ ਇਹਦੇ 'ਚ ਕੀ ਆ, ਪੰਚਾਇਤਾਂ, ਠੀਕ ਆ। ਅਤੇ ਜੇ ਆਪਾਂ ਗੱਲ ਕਰੀਏ ਪਾਰਟ 15 ਦੀ, ਤਾਂ ਪਾਰਟ 15 ਦੇ ਵਿੱਚ ਕੀ ਆ, ਇਹਦੇ 'ਚ ਹੈਗੀਆਂ ਇਲੈਕਸ਼ਨ। ਚਲੋ ਪਹਿਲਾਂ ਇੱਕ ਵਾਰ ਮੈਨੂੰ ਸਾਰੇ ਨੂੰ ਅਰੇਜ਼ ਕਰ ਦੇਣਾ ਬੱਚੇ, ਹੁਣ ਦੁਬਾਰਾ ਤੋਂ ਦੇਖ ਲਿਓ। ਦੇਖੋ ਪਹਿਲਾ ਤਾਂ ਹੈਗਾ ਯੂਨੀਅਨ ਟੈਰੀਟਰੀ, ਤੁਹਾਨੂੰ ਪਤਾ, ਦੂਸਰਾ ਸਿਟੀਜ਼ਨਸ਼ਿਪ ਆ, ਤੀਸਰਾ ਫੰਡਾਮੈਂਟਲ ਰਾਈਟ ਆ, ਚੌਥਾ DPSP ਆ। ਅਤੇ ਜਿਹੜਾ ਆਪਣੇ ਸੰਵਿਧਾਨ ਦਾ ਪਾਰਟ 5 ਆ ਇਹਦੇ 'ਚ ਕੀ ਆ, ਕੇਂਦਰ ਸਰਕਾਰ ਯਾਨੀ ਕਿ ਯੂਨੀਅਨ ਗਵਰਨਮੈਂਟ ਆ। ਫਿਰ ਆਪਣੇ ਸੰਵਿਧਾਨ ਦਾ ਪਾਰਟ 6 ਆ, ਇਹਦੇ 'ਚ ਸਟੇਟ ਗਵਰਨਮੈਂਟ ਆ। ਇਸ ਤੋਂ ਬਾਅਦ ਇੰਪੋਰਟੈਂਟ ਪਾਰਟ ਹੈਗਾ ਆਪਣਾ 9ਵਾਂ, ਇਹਦੇ 'ਚ ਕੀ ਆ, ਪੰਚਾਇਤਾਂ ਨੇ। ਤਾਂ ਪੰਚਾਇਤਾਂ ਦੇ ਨਾਲ ਜਿਹੜੇ ਰਿਲੇਟਡ ਆਰਟੀਕਲ ਨੇ ਉਹ 243 ਤੋਂ ਲੈ ਕੇ 243 ਉਹ ਤੱਕ ਨੇ। ਤਾਂ ਬੱਚੇ ਦੇਖੋ ਹੋਰ ਇੱਕ ਇੰਪੋਰਟੈਂਟ ਆਰਟੀਕਲ ਆ ਜਿਹੜਾ 15ਵਾਂ, ਇਹਦੇ 'ਚ ਕੀ ਆ, ਇਲੈਕਸ਼ਨ ਜਾਂ ਫਿਰ ਇਲੈਕਸ਼ਨ ਕਮਿਸ਼ਨ। ਇਹ ਕਿੰਨੇ ਜਾਂ 324 ਆਰਟੀਕਲ ਤੋਂ ਲੈ ਕੇ 329 ਇਹ ਤੱਕ ਆਰਟੀਕਲ ਜਿਹੜੇ ਡੀਲ ਕਰਦੇ ਆ ਉਹ ਇਹਦੇ ਨਾਲ ਡੀਲ ਕਰਦੇ ਆ। ਔਰ ਇਸ ਤੋਂ ਬਾਅਦ ਜਿਹੜਾ 17ਵਾਂ ਗਾ ਬੱਚੇ, X ਦਾ ਮਤਲਬ ਹੁੰਦਾ 10, ਆ B ਹੁੰਦੀ ਆ ਜਿਹੜੀ, ਆ B ਦਾ ਮਤਲਬ ਹੁੰਦਾ 5, ਇਹਨਾਂ ਦਾ 2 ਹੋ ਗਿਆ, ਤਾਂ ਮਤਲਬ ਕਿ 10 15 ਅਤੇ 2 17, ਠੀਕ ਆ। ਅਤੇ ਜਿਹੜਾ 17ਵਾਂ ਇਹਦੇ 'ਚ ਕੀ ਆ, ਓਫੀਸ਼ੀਅਲ, ਤੁਸੀਂ ਸਿੱਧੇ ਤੌਰ 'ਤੇ ਕਹਿ ਸਕਦੇ ਹੋ ਵੀ ਲੈਂਗੁਏਜ ਨਾਲ ਰਿਲੇਟਡ ਕਿਹੜਾ ਹੈਗਾ 17ਵਾਂ। ਤਾਂ ਇਹਦੇ 'ਚ ਆਰਟੀਕਲ ਨੇ 343 ਤੋਂ ਲੈ ਕੇ 351 ਤੱਕ। ਇਹ ਆਰਟੀਕਲ ਡੀਲ ਕਾਹਦੇ ਨਾਲ ਕਰਦੇ ਆ, ਭਾਸ਼ਾ ਦੇ ਨਾਲ ਡੀਲ ਕਰਦੇ ਆ। ਇਸ ਤੋਂ ਬਿਨਾਂ ਇੱਕ ਇੰਪੋਰਟੈਂਟ ਹੈਗਾ 18ਵਾਂ ਪਾਰਟ ਕਾਹਦੇ ਨਾਲ ਆ, ਇਹ ਹੈਗਾ ਐਮਰਜੈਂਸੀ ਪ੍ਰੋਵੀਜ਼ਨ। ਅਸੀਂ ਐਮਰਜੈਂਸੀ ਪਾਵਰ ਰਾਸ਼ਟਰਪਤੀ ਦੀਆਂ ਕਿੱਥੋਂ ਲਈਆਂ ਨੇ, ਜਰਮਨੀ ਤੋਂ। ਔਰ ਇਹਦੇ ਨਾਲ ਜਿਹੜੇ ਆਰਟੀਕਲ ਡੀਲ ਕਰਦੇ ਆ 352 ਤੋਂ ਲੈ ਕੇ 360 ਤੱਕ ਆ। ਔਰ ਰਾਸ਼ਟਰਪਤੀ ਦੀਆਂ ਪਾਵਰਾਂ ਨੇ ਜਿਹੜੀਆਂ ਐਮਰਜੈਂਸੀ 352, 356 ਔਰ 360 ਦੇ ਵਿੱਚ ਨੇ, ਠੀਕ ਆ। ਤਾਂ ਬੱਚੇ 6 ਕੁਐਸਚਨ ਸੀਗੇ। ਇਸ ਤੋਂ ਬਾਅਦ ਕੁਐਸਚਨ ਤਾਂ ਤੁਹਾਡੇ ਲਈ ਹੋਰ ਵੀ ਹੈਗੇ ਆ, ਠੀਕ ਆ, ਬਟ ਹੁਣ ਵੀਡੀਓ ਬਹੁਤ ਜ਼ਿਆਦਾ ਲੈਂਥੀ ਹੋ ਜਾਣੀ ਆ ਔਰ ਹੈਲਥ ਇਸ਼ੂ ਕਰਕੇ ਇੰਨਾ ਬੋਲਣਾ ਬੱਚੇ ਮੇਰੇ ਲਈ ਵੀ ਪੋਸੀਬਲ ਨਹੀਂ ਹੈਗਾ। ਬਟ ਹੁਣ ਰਿਕੁਐਸਟ ਆ ਬੱਚੇ ਜਿਹੜੇ ਚੈਨਲ ਦੇ ਉੱਤੇ ਨਵੇਂ ਸੀ, ਅਗਰ ਵੀਡੀਓ ਤੁਹਾਨੂੰ ਪਸੰਦ ਆਈ, ਕੰਟੈਂਟ ਚੰਗਾ ਲੱਗਿਆ ਔਰ ਕੁਛ ਸਿੱਖਣ ਨੂੰ ਨਵਾਂ ਮਿਲਿਆ,
ਤਿੰਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਨਾਲ ਹੀ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ। ਜਿਨ੍ਹਾਂ ਨੂੰ PDF ਚਾਹੀਦੀ ਆ ਜਾਂ ਕਲਾਸ ਦਾ ਸ਼ਡਿਊਲ ਵਗੈਰਾ ਔਨ ਟਾਈਮ ਚਾਹੀਦਾ ਜਾਂ ਫਿਰ ਵੈਸੇ MCQ ਕਰੰਟ ਦੇ ਜਿਹੜੇ ਆਪਾਂ ਸ਼ੇਅਰ ਕਰਦੇ ਹਾਂ ਉਹ ਟੈਲੀਗ੍ਰਾਮ ਚੈਨਲ ਦੇ ਉੱਤੇ ਕੀਤੇ ਜਾਂਦੇ ਆ। ਉਹਦਾ ਲਿੰਕ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਵਾਇਆ ਜਾਊਗਾ, ਤੁਸੀਂ ਉੱਥੋਂ ਵੀ ਜੁਆਇਨ ਕਰ ਸਕਦੇ ਹੋ। ਬੱਚੇ ਹੈਲਥ ਇਸ਼ੂ ਹੋਣ ਕਰਕੇ ਆਪਾਂ ਵੀਡੀਓ ਨੂੰ ਇੱਥੇ ਹੀ ਪਾਉਸ ਦੇ ਰਹੇ ਹਾਂ, ਬਟ ਇਹਦੇ 'ਚ ਆਪਾਂ ਪੋਲਿਟੀ ਦੀਆਂ ਇਹੋ ਜਿਹੀਆਂ ਆਪਾਂ 5-7 ਵੀਡੀਓ ਹੋਰ ਕਰਾਂਗੇ ਤਾਂ ਤੁਹਾਨੂੰ ਇੰਪੋਰਟੈਂਟ ਟੌਪਿਕ ਜਿੰਨੇ ਹੋਣਗੇ ਪੋਲਿਟੀ ਦੇ ਉਹ ਆਪਾਂ ਐਵੇਂ ਵਿਦ ਫੈਕਟ ਤੁਹਾਨੂੰ ਸਾਰੇ ਕਵਰ ਕਰਵਾ ਦੇਣੇ ਆ। ਤੁਹਾਨੂੰ ਖੁਦ ਨੂੰ ਲੱਗਣਾ ਚਾਹੀਦਾ ਕਿ ਅਸੀਂ ਕਲਾਸ ਦੇ ਵਿੱਚ ਅੱਜ ਬਹੁਤ ਚੀਜ਼ਾਂ ਜਿਹੜੀਆਂ ਨਵੀਆਂ ਸਿੱਖੀਆਂ ਨੇ। ਜੇ ਹੁਣ ਇਹ ਟੌਪਿਕ ਦੇ ਵਿੱਚੋਂ ਕੁਛ ਆ ਗਿਆ ਤਾਂ ਸਾਡਾ ਇਹਦੇ 'ਚੋਂ ਸਕਿਪ ਨਹੀਂ ਹੋਊਗਾ। ਬਸ ਤੁਸੀਂ ਐਵੇਂ ਜਿਵੇਂ ਮੈਂ ਤੁਹਾਨੂੰ ਕਰਾ ਰਿਹਾ ਬੱਚੇ ਇੰਨੇ ਫੈਕਟ ਵਿਦ ਪ੍ਰੋਪਰ ਇੱਕ ਕੁਐਸਚਨ ਦੇ ਨਾਲ ਤੁਸੀਂ ਰੱਟ ਲਏ। ਇਹ ਨਾ ਸੋਚੋ ਵੀ ਆਪਾਂ ਕਲਾਸ ਦੇ ਵਿੱਚ ਅੱਜ 6 ਕੁਐਸਚਨ ਡਿਸਕਸ ਕੀਤੇ ਆ ਬੱਚੇ, 6 ਦੇ ਨਾਲ ਮੈਂ ਤੁਹਾਨੂੰ 60 ਕੁਐਸਚਨ ਕਰਵਾ ਚੁੱਕਿਆ ਤਾਂ ਇੰਨੇ ਫੈਕਟ ਆਪਾਂ ਕਲਾਸ ਦੇ ਵਿੱਚ ਡਿਸਕਸ ਕੀਤੇ ਆ। ਤਾਂ ਐਵੇਂ ਬੱਚੇ ਆਪਾਂ ਤੁਹਾਡੇ ਨਾਲ ਸਭ ਵੀਡੀਓਜ਼ ਨੇ ਜਿਹੜੀਆਂ ਉਹ ਸ਼ੇਅਰ ਕਰਾਂਗੇ, ਬਟ ਹੈਲਥ ਇਸ਼ੂ ਹੋਣ ਕਰਕੇ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਆ, ਉਹਦੇ ਲਈ ਸੌਰੀ ਬੱਚੇ। ਤਾਂ ਵੀਡੀਓ ਦੇਖਣ ਦੇ ਲਈ ਸਭ ਦਾ ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।